ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਂਦ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਕਰਦਾ ਹਾਂ। ਦਰਸ਼ਕੋ, ਜਿੱਦਾਂ ਕਿ ਆਪ ਜੀ ਵੇਖਦੇ ਹੋ ਕਿ ਆਪਾਂ ਹਮੇਸ਼ਾ ਹੀ ਜਿੰਨੇ ਵੀ ਪੰਥਕ ਮਸਲੇ ਹੁੰਦੇ ਨੇ ਜਾਂ ਸਿੱਖ ਧਰਮ ਤੋਂ ਰਿਲੇਟਡ ਕੋਈ ਵੀ ਜਾਣਕਾਰੀ ਹੁੰਦੀ ਹੈ, ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਹੋਂਦ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਪਰਿਵਾਰਾਂ ਤੱਕ ਸਭ ਤੋਂ ਪਹਿਲਾਂ ਪਹੁੰਚਾਈਏ। ਤੇ ਕਈ ਵਾਰੀ ਕੁਝ ਇਹੋ ਜਿਹੀਆਂ ਨਿਊਜ਼ ਸਾਡੇ ਸੋਸਾਇਟੀ ਵਿੱਚ ਵੇਖਣ ਨੂੰ ਮਿਲਦੀਆਂ ਹਨ ਜਿਹਦੇ ਨਾਲ ਸਿੱਖ ਸੈਂਟੀਮੈਂਟਸ ਸਾਡੇ ਹਰਟ ਹੁੰਦੇ ਹਨ। ਫਿਰ ਆਪਾਂ ਸਾਰੇ ਹੀ ਮਸਲਿਆਂ ਦੇ ਉੱਤੇ ਜਿੰਨੇ ਵੀ ਨੁਮਾਇੰਦੇ ਹੁੰਦੇ ਸਾਡੇ ਸਿੱਖ ਕੌਮ ਦੇ ਜੰਮੂ ਕਸ਼ਮੀਰ ਦੇ ਵਿੱਚ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਇੱਕ ਪਲੇਟਫਾਰਮ ਤੇ ਬੈਠ ਕੇ ਸਾਰਿਆਂ ਨੂੰ ਇਕੱਤਰਤਾ ਕਰੀਏ ਉਹਨਾਂ ਦੀ, ਤੇ ਉਸ ਮਸਲੇ ਦੇ ਉੱਪਰ ਆਪਣੀ ਆਵਾਜ਼ ਯਕੀਨੀ ਤੌਰ ਤੇ ਇੰਨੀ ਜ਼ਬਰਦਸਤ ਰੱਖੀਏ ਕਿ ਉਸ ਮਸਲੇ ਦਾ ਕੋਈ ਨਾ ਕੋਈ ਹੱਲ ਹੋ ਸਕੇ। ਇੱਕ ਇਹੋ ਜਿਹਾ ਮਸਲਾ ਮੈਨੂੰ ਲੱਗਦਾ ਹੈ ਜਿਹੜਾ ਅੱਜ ਤੋਂ ਹੀ ਨਹੀਂ, ਕਾਫੀ ਲੰਬੇ ਸਮੇਂ ਤੋਂ ਜਿਹੜਾ ਸਾਡਾ ਬਾਲੀਵੁੱਡ ਹੈ ਸਾਡੇ ਦੇਸ਼ ਦਾ, ਉਸ ਦੇ ਵਿੱਚ ਸਿੱਖ ਕਿਰਦਾਰਾਂ ਨੂੰ ਲੈ ਕੇ ਕਈ ਵਾਰੀ ਦੇਖਿਆ ਗਿਆ ਕਿ ਬਹੁਤ ਹੀ ਜ਼ਿਆਦਾ ਭੱਦਾ ਮਜ਼ਾਕ ਸਾਡੀ ਸਿੱਖ ਕੌਮ ਦੇ ਨਾਲ ਕੀਤਾ ਜਾਂਦਾ ਹੈ। ਕਈ ਵਾਰੀ ਵੇਖਿਆ ਜਾਂਦਾ ਕਿ ਇੱਕ ਬਿਲਕੁਲ ਕਲੀਨ ਸ਼ੇਫ ਨੂੰ ਪਗੜੀ ਬਣਾ ਕੇ ਇੱਕ ਐਕਟਿੰਗ ਦਾ ਰੋਲ, ਜਿਹੜਾ ਮੇਨ ਲੀਡਿੰਗ ਰੋਲ, ਉਹਨੂੰ ਸਿਰਫ ਹੱਸਣ ਤੇ ਮਜ਼ਾਕ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਲੇਕਿਨ ਜਦੋਂ ਅਸੀਂ ਵਿਰਸਾ ਔਰ ਇਤਿਹਾਸ ਆਪਣੇ ਸਿੱਖ ਕੌਮ ਦਾ ਪੜ੍ਹਦੇ ਹਾਂ ਤਾਂ ਮੈਨੂੰ ਲੱਗਦਾ ਉਹਨਾਂ ਦੇ ਵੀ ਅੱਖਾਂ ਖੋਲ ਦੂਗੀ ਜਿਹੜੇ ਮੂਵੀਆਂ ਬਣਾਉਣ ਦੇ ਵਿੱਚ ਬਣਾਉਂਦੇ ਨੇ ਇਹ ਮੂਵੀਆਂ ਜਾਂ ਪੇਸ਼ ਕਰਦੇ ਸਾਡੀ ਸੁਸਾਇਟੀ ਨੂੰ, ਉਹਨਾਂ ਦੀ ਵੀ ਅੱਖਾਂ ਖੋਲ ਦੇਗੀ ਜਦ ਸਾਡੇ ਆਪਣੇ ਸਿੱਖ ਕੌਮ ਦੇ ਨਾਲ ਜੁੜੇ ਹੋਏ ਨੁਮਾਇੰਦੇ ਇੱਕ ਐਕਚੁਅਲ ਪਿਕਚਰ ਉਹਨਾਂ ਦੇ ਸਾਹਮਣੇ ਰੱਖਣਗੇ। ਤੇ ਮੈਨੂੰ ਲੱਗਦਾ ਹੈ ਕਿ ਜਿਹੜਾ ਹੁਣ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕ ਇਸ਼ੂ ਕ੍ਰੀਏਟ ਹੋਇਆ ਯਾਰੀਆਂ 2, ਜਿਹੜੀ ਮੂਵੀ ਹੈ ਬਾਲੀਵੁੱਡ ਦੀ, ਜਿਸ ਦੇ ਵਿੱਚ ਇੱਕ Song ਜਿਹੜਾ ਪਹਿਲੇ ਆਇਆ ਤੇ ਉਸਦੀ ਕੁਝ ਫੁਟੇਜ ਸਾਹਮਣੇ ਆਈ ਹੈ ਜਿਸ ਦੇ ਵਿੱਚ ਜਿਹੜੇ ਹੀਰੋ ਹਨ ਮਿਜ਼ਾਨ ਜ਼ਾਫਰੀ, ਉਹਨਾਂ ਨੇ ਕਿਰਪਾਨ ਧਾਰਨ ਕੀਤੀ ਹੋਈ ਹੈ। ਵੱਖੋ ਵੱਖਰੀ ਧਿਰਾਂ ਦੇ ਵੱਲੋਂ ਇਸ ਦੇ ਉੱਪਰ ਪ੍ਰਤੀਕਿਰਿਆ ਆਈ ਹੈ। ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲਿਆ, ਦਿੱਲੀ ਦੇ ਵਿੱਚ ਵੀ ਦੇਖਣ ਨੂੰ ਮਿਲਿਆ, ਕਾਫੀ ਹੋਰ ਜਗ੍ਹਾਵਾਂ ਤੇ ਵੇਖਣ ਨੂੰ ਮਿਲਿਆ। ਲੇਕਿਨ ਜੰਮੂ ਕਸ਼ਮੀਰ ਦੇ ਵਿੱਚ ਸਾਡੀ ਹਮੇਸ਼ਾ ਤੁਸੀਂ ਦੇਖਦੇ ਹੋ ਕੋਸ਼ਿਸ਼ ਹੁੰਦੀ ਹੈ ਕਿ ਇੱਕ ਪਲੇਟਫਾਰਮ ਦੇ ਉੱਤੇ ਰੱਖ ਕੇ ਸਾਰਿਆਂ ਨਾਲ ਗੱਲਬਾਤ ਕਰਕੇ ਐਸੇ ਮਸਲਿਆਂ ਦੇ ਉੱਤੇ ਗੱਲਬਾਤ ਕਰੀਏ ਤਾਂ ਕਿ ਕੁਛ ਨਾ ਕੁਛ ਹੱਲ ਕੱਢ ਸਕੀਏ, ਇੱਕ ਬੋਲਡ ਆਵਾਜ਼ ਜਿਹੜੀ ਹੈ ਅਥਾਰਟੀ ਦੇ ਸਾਹਮਣੇ ਰੱਖ ਸਕੀਏ ਜਿਹੜੇ ਰਿਪਰੈਜ਼ੈਂਟੇਟਿਵ ਹੁੰਦੇ ਨੇ ਸਾਡੇ ਗਵਰਨਮੈਂਟ ਦੇ। ਮੈਂ ਜੀ ਆਇਆਂ ਨੂੰ ਕਰਦਾ। ਸਭ ਤੋਂ ਪਹਿਲੇ ਸਾਡੇ ਨਾਲ ਕਾਫੀ ਸਾਡੇ ਵੀਰ ਤੁਸੀਂ ਦੇਖਦੇ ਹੋ ਕਿ ਸੋਸ਼ਲ ਮੀਡੀਆ ਦੇ ਉੱਤੇ ਕੋਈ ਵੀ ਪੰਥਕ ਮਸਲਾ ਹੁੰਦਾ ਹੈ ਅੱਗੇ ਆਉਂਦੇ ਨੇ। ਪੰਥਕ ਦਰਦੀ ਤੇ ਸਿੱਖ ਨੌਜਵਾਨ ਚੇਤਨਾ ਲਹਿਰ ਦੇ ਸਾਡੇ ਵੀਰ ਹਨ, ਨੌਜਵਾਨ ਕਈ ਜਿਹੜੇ ਸਮਾਜਿਕ ਕਾਰਕੁਨ ਹਨ, ਜਤਿੰਦਰ ਸਿੰਘ ਲੱਕੀ ਵੀਰ ਹਨ, ਰਵਿੰਦਰ ਸਿੰਘ ਬਿੱਟੂ ਵੀਰ ਜੀ ਅਤੇ ਸੁਖਦੇਵ ਸਿੰਘ, ਜਿਨ੍ਹਾਂ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਵੇਖਦੇ ਰਹਿੰਦੇ ਹੋ। ਕਨਸੈਪਟ ਜਿਹਦੇ ਉੱਪਰ ਗੱਲਬਾਤ ਕਰਨੀ ਹੈ ਯਾਰੀਆਂ 2 ਮੂਵੀ ਦੀ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਕਰਦਾ ਫੋਨ ਚੈਨਲ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਸਲਾ ਜਿੱਦਾਂ ਮੈਂ ਕਿਹਾ ਹੈ ਸਿੱਖ ਕਿਰਦਾਰ ਨੂੰ ਲੈ ਕੇ, ਕਿਰਦਾਰ ਕੀ ਸੀ ਉਹ ਆਪਾਂ ਸਾਰੇ ਜਾਣਦੇ ਹਾਂ ਸਿੱਖ ਕੌਮ ਦਾ ਨਾ, ਲੇਕਿਨ ਉਹਨੂੰ ਵਿਜ਼ੂਅਲਾਈਜ਼ ਕਿਸ ਤਰ੍ਹਾਂ ਕਰਨਾ ਬਾਕੀਆਂ ਦੇ ਉੱਪਰ ਉਹ ਸਾਡੀ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ। ਤੇ ਜਦੋਂ ਇਹੋ ਜਿਹੇ ਮਸਲੇ ਸਾਡੀ ਕੌਮੇ ਦੇ ਉੱਪਰ ਆਉਂਦੇ ਹਨ, ਛੇੜਛਾੜ ਕੀਤੀ ਜਾਂਦੀ ਹੈ ਸਾਡੀ ਕਕਾਰਾਂ ਦੇ ਨਾਲ, ਸਾਡੀ ਹੋਂਦ ਦੇ ਨਾਲ, ਲਾਜ਼ਮੀ ਇੱਕ ਪਲੇਟਫਾਰਮ ਦੇ ਉੱਤੇ ਆ ਕੇ ਐਡਮਿਨਿਸਟ੍ਰੇਸ਼ਨ ਤੱਕ ਮੰਗ ਰੱਖੀਏ ਕਿ ਇਹੋ ਜਿਹੇ ਕੰਸੈਪਟ ਅੱਗੇ ਨਾ ਆਉਣ। ਹੁਣ ਮੈਂ ਮਾਈਕ ਸਾਰੇ ਵੀਰਾਂ ਨੂੰ ਦਿਆਂਗਾ, ਪਹਿਲੇ ਕੁਐਸਚਨ ਵੀ ਤੁਹਾਡੇ ਕੋਲ ਲਾਂਗਾ, ਇਸ ਦੇ ਉੱਪਰ ਕਿਸ ਤਰ੍ਹਾਂ ਗੱਲਬਾਤ ਕਰਨੀ ਚਾਹੀਦੀ ਉਹ ਵੀ ਆਪ ਜੀ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗਾ। ਸਭ ਤੋਂ ਪਹਿਲਾਂ ਤੇ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਤੇ ਆਪ ਜੀ ਨੂੰ ਜੀ ਆਇਆਂ ਕਹਿੰਦਾ ਹਾਂ, ਕਿਉਂਕਿ ਤੁਸੀਂ ਹਮੇਸ਼ਾ ਹੀ ਸਾਡੇ ਸੱਦੇ ਪੱਤੇ ਤੇ ਜਿੰਨੀ ਜਲਦੀ ਹੋ ਸਕਦਾ ਤੁਸੀਂ ਪਹੁੰਚਦੇ ਹੋ ਔਰ ਸਾਡੇ ਦੁਆਰਾ ਜਿਹੜੇ ਮਸਲੇ ਚੁੱਕੇ ਜਾਂਦੇ ਹਨ ਉਹਨਾਂ ਨੂੰ ਪਬਲਿਕਲੀ ਤੁਸੀਂ ਦੱਸਦੇ ਹੋ, ਤੇ ਇਸ ਦੇ ਵਾਸਤੇ ਅਸੀਂ ਤੁਹਾਡਾ ਤਹਿ ਦਿਲੋਂ ਸ਼ੁਕਰ ਗੁਜ਼ਾਰ ਕਰਦੇ ਹਾਂ। ਤੇ ਵੀਰ ਜੀ, ਗੱਲ ਇਹ ਹੈ ਕਿ ਜਿਸ ਤਰ੍ਹਾਂ ਕਿ ਤੁਸੀਂ ਗੱਲ ਕੀਤੀ ਕਿ ਸਾਡੀ ਸਿੱਖ ਆਇਡੈਂਟੀਟੀ ਤੇ ਹਮੇਸ਼ਾ ਹੀ ਹਮਲੇ ਹੁੰਦੇ ਆਏ ਨੇ, ਕਿਉਂਕਿ ਕਿਧਰੇ ਨਾ ਕਿਧਰੇ ਗੌਰਮੈਂਟਾਂ ਦੀ ਜਾਂ ਹੋਰ ਸ਼ਰਾਰਤੀ ਲੋਕਾਂ ਦੀ ਇਹ ਸਾਜ਼ਿਸ਼ ਰਹੀ ਹੈ ਹਮੇਸ਼ਾ। ਔਰ ਤੁਸੀਂ ਇਹ ਅੱਜ ਦੇ ਟਾਈਮ ਤੋਂ ਨਹੀਂ, ਮੁਗਲਾਂ ਦੇ ਟਾਈਮ ਤੋਂ ਦੇਖ ਲਓ, ਇਹ ਸ਼ਰਾਰਤ ਰਹੀ ਹੈ ਕਿ ਸਿੱਖ ਆਇਡੈਂਟੀਟੀ ਨੂੰ ਖਤਮ ਕਿਵੇਂ ਕੀਤਾ ਜਾਵੇ, ਕਿਉਂਕਿ ਸਿੱਖ ਆਇਡੈਂਟੀਟੀ ਜਿਹੜੀ ਹੈ ਉਹ ਬੜੀ ਹੀ ਬਹਾਦੁਰ ਹੈ, ਪੂਜਾ ਪਾਠੀ ਹੈ, ਨਿਤਨੇਮੀ ਹੈ, कर्म करने वाली है, हथू किरत करने वाली है और जुल्म नू बर्दाश्त करने वाली नहीं है। ये एक आइडेंटिटी है और इस आइडेंटिटी का पूरा वर्ल्ड इस आइडेंटिटी का कायल है कि कोई भी रिलीजन जिहड़ा है वो ऐसा नहीं है जिदे विच संपूर्णता पूरी होए। क्योंकि देखो तुसी सिख किरत करता है, अपनी नेक कमाई करता है, नेक कमाई करके उसनू बंटदा है। क्योंकि गुरु नानक का भी फलसफा सी किरत करो, वंड के छको ते नाम जपो। और सिख कम्युनिटी दे विच ये तीनों जिहड़े गुरु नानक दे फलसफे हैं ये पूरे भरे हुए हैं। बाकी रही समय समय दी गौरमेंटां, हुकूमतां और समय समय दे लोग जिहड़े
ਸਿੱਖ ਆਇਡੈਂਟੀਟੀ ਨਾਲ ਪਿਆਰ ਨਹੀਂ ਕਰਦੇ, ਕਿਧਰੇ ਨਾ ਕਿਧਰੇ ਇਹਨਾਂ ਨੂੰ ਨੀਚਾ ਦੱਸਣ ਦੀ ਇੱਕ ਰਾਹ ਦੇ ਉੱਪਰ ਤੁਰਦੇ ਹਨ, ਉਹ ਸਮੇਂ-ਸਮੇਂ ਦੇ ਉੱਪਰ ਸਿੱਖ ਆਇਡੈਂਟੀਟੀ ਦੇ ਉੱਪਰ ਵਾਰ ਕਰਦੇ ਹਨ। ਤੁਸੀਂ ਦੇਖਿਆ ਹੋਣਾ 1996 ਦੇ ਵਿੱਚ ਜਦ ਰਾਜਾ ਹਿੰਦੁਸਤਾਨੀ ਫਿਲਮ ਆਈ ਸੀ, ਉਸ ਦੇ ਵਿੱਚ ਸਿੱਖ ਆਇਡੈਂਟੀਟੀ ਦੇ ਉੱਪਰ ਕਿੰਨਾ ਵੱਡਾ ਪ੍ਰਹਾਰ ਕੀਤਾ ਗਿਆ, ਔਰ ਪ੍ਰਹਾਰ ਜਿਹੜਾ ਸੀ ਨਾ, ਉਹ ਦੇਖੋ ਉਸ ਵਕਤ ਵੀ ਸਾਡੇ ਲੋਕ ਸੁਚੇਤ ਨਹੀਂ ਹੋਏ, ਅੱਜ ਸਾਡੇ ਲੋਕ ਸਮਝ ਨਹੀਂ ਸਕੇ। ਕਿਉਂਕਿ ਤੁਸੀਂ ਦੇਖੋ ਉਹਦੇ ਵਿੱਚ ਇੱਕ ਜਾਨੀ ਲੀਵਰ ਨੂੰ ਸਿੱਖ ਆਇਡੈਂਟੀਟੀ ਦਾ ਕਿਰਦਾਰ ਦਿੱਤਾ ਗਿਆ, ਉਸ ਦੇ ਵਿੱਚ ਉਹ ਕਲੀਨ ਸ਼ੇਪ ਸੀ, ਉਸ ਦੇ ਉੱਪਰ ਦਸਤਾਰ ਸਜਾਈ ਗਈ ਔਰ ਦੱਸਿਆ ਗਿਆ ਕਿ ਉਹ ਮਤਲਬ ਜੋਕਰ ਟਾਈਪ ਦਾ ਇੱਕ ਉਸ ਨੂੰ ਕਿਰਦਾਰ ਪੇਸ਼ ਕੀਤਾ ਗਿਆ ਕਿ ਤਾਂ ਕਿ ਲੋਕਾਂ ਨੂੰ ਲੱਗੇ ਕਿ ਸਿੱਖ ਜਿਹੜੇ ਹਨ ਉਹ ਜੋਕਰ ਟਾਈਪ ਹਨ। ਦੂਜਾ ਸਾਡੇ ਉੱਪਰ ਪ੍ਰਹਾਰ ਕੀਤਾ ਗਿਆ ਇਸੇ ਬਾਲੀਵੁੱਡ ਦੇ ਰਾਹੀਂ 2008 ਦੇ ਵਿੱਚ ਸਿੰਘ ਇਜ਼ ਕਿੰਗ ਦੇ, ਉਸ ਦੇ ਵਿੱਚ ਅਕਸ਼ੇ ਕੁਮਾਰ ਤੇ ਅਨੁਪਮ ਖੈਰ ਨੂੰ ਸਿੱਖ ਦਾ ਕਿਰਦਾਰ ਦਿੱਤਾ ਗਿਆ, ਜਿਸ ਦੇ ਵਿੱਚ ਸਾਹਮਣੇ ਲੱਭ ਰਹੇ ਨੂੰ ਉਹਦੇ ਬਾਲ ਕੱਟੇ ਹੋਏ, ਕੇਸ ਕੱਟੇ ਹੋਏ ਹਨ, ਦਾੜੀ ਹੈ ਨਹੀਂ ਔਰ ਪੁੱਠੀਆਂ ਸਿੱਧੀਆਂ ਹਰਕਤਾਂ ਉਸ ਨੂੰ ਕਲੋਲਾਂ ਕਰਦੇ, ਔਰ ਉਹ ਕਿਰਦਾਰ ਦਿੱਤਾ ਗਿਆ ਕਿ ਜਦ ਕਿ ਇਸ ਕਿਰਦਾਰ ਤੋਂ ਵਿਪਰੀਤ ਹੈ ਸਿੱਖ ਦਾ ਕਿਰਦਾਰ। ਸਿੱਖ ਦਾ ਕਿਰਦਾਰ ਅਬਦਾਲੀ ਦੇ ਟਾਈਮ, ਨਾਦਰ ਸ਼ਾਹ ਦੇ ਟਾਈਮ ਦੇਖੋ, ਬੇਪਤੀ ਹੁੰਦੀ ਸੀ ਲੋਕਾਂ ਦੀਆਂ, ਬੱਚੀਆਂ ਦੀ, ਉਹਨਾਂ ਬੇਪਤੀਆਂ ਨੂੰ ਬਚਾਉਣ ਵਾਸਤੇ, ਉਹਨਾਂ ਧੀਆਂ ਦੀ ਬੇਪਤੀਆਂ ਨੂੰ ਬਚਾਉਣ ਵਾਸਤੇ ਅੱਧੀ ਰਾਤ ਨੂੰ ਸਿੱਖ ਜਿਹੜੇ ਸਨ ਉਹ ਹਮਲਾ ਕਰਦੇ ਸਨ, ਤਾਂ ਕਿ ਸਾਡੀ ਜਿਹੜੀਆਂ ਬਾਕੀ ਕੌਮ ਦੀਆਂ ਜਿਹੜੀਆਂ ਧੀਆਂ ਭੈਣਾਂ ਹਨ, ਉਹ ਸਾਡੀਆਂ ਧੀਆਂ ਭੈਣਾਂ ਹਨ, ਉਹਨਾਂ ਦੀ ਬੇਪਤੀ ਹੋਣ ਤੋਂ ਬਚਾਇਆ ਜਾਏ। ਸਿੱਖ ਕੌਮ ਉਹ ਦਲੇਰ ਕੌਮ ਹੈ ਜਿਸ ਨੇ 40 ਤੋਂ 45 ਸਾਲ ਜਿਹੜਾ ਰਾਜ ਕੀਤਾ ਹੈ, ਤੇ ਫਿਰ ਅੱਜ ਸਿੱਖ ਕੌਮ ਨੂੰ ਇਸ ਕਦਰ ਇਹ ਬਾਲੀਵੁੱਡ ਦੇ ਰਾਹੀਂ ਜਿਹੜਾ ਉਸ ਦਾ ਕਿਰਦਾਰ ਡਿਗਾਇਆ ਜਾ ਰਿਹਾ, ਲੋਕਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਸਿੱਖ ਕੌਮ ਜਿਹੜੀ ਹੈ ਉਹ ਕੁਝ ਵੀ ਨਹੀਂ ਹੈ, ਉਹ ਸਿਰਫ ਕਮੇਡੀਅਨ ਹੈ ਔਰ ਕੁਝ ਨਹੀਂ। ਬਿਲਕੁਲ, ਮੈਂ ਇਹਦੇ ਉੱਤੇ ਤੁਹਾਡੇ ਕੋਲੋਂ ਜ਼ਰੂਰ ਕੁਐਸਚਨ ਲੈਣਾ ਚਾਹਾਂਗਾ ਕਿ ਜਦੋਂ ਕੋਈ ਕਿਸੇ ਵੀ ਮੂਵੀ ਦੀ ਸਕ੍ਰਿਪਟ ਲਿਖੀ ਜਾਂਦੀ ਹੈ ਨਾ, ਉਸ ਦੇ ਲਈ ਆਥਰਸ ਹੁੰਦੇ ਨੇ ਜਿਹੜੇ ਜਿਨ੍ਹਾਂ ਦਾ ਕੰਮ ਹੀ ਇਹੀ ਹੁੰਦਾ ਸਟੋਰੀ ਨੂੰ ਲਿਖਣਾ, ਪੜ੍ਹ ਕੇ ਉਸ ਵਿਰਾਸਤ ਨੂੰ ਸਮਝ ਕੇ ਅੱਖਰ ਨੂੰ ਜੋੜ ਕੇ ਮੂਵੀ ਕੰਪਲੀਟ ਕੀਤੀ ਜਾਂਦੀ ਹੈ। ਤੇ ਮੈਨੂੰ ਤੇ ਕਈ ਵਾਰੀ ਦਿਮਾਗ ਦੇ ਵਿੱਚ ਆਉਂਦਾ ਕਿ ਉਹਨਾਂ ਨੂੰ ਇਸ ਇਤਿਹਾਸ ਦੇ ਬਾਰੇ ਦੇ ਵਿੱਚ ਨਹੀਂ ਪਤਾ ਹੋਣਾ, ਜਦੋਂ ਐਸੇ ਕਰੈਕਟਰ ਨੂੰ ਵਿਜ਼ੂਅਲਾਈਜ਼ ਕਰਦੇ ਸੰਗਤ ਦੇ ਸਾਹਮਣੇ, ਇੱਕ ਐਸੇ ਹਿਸਟੋਰੀਅਨ ਨੂੰ ਕਿ ਜਿਨ੍ਹਾਂ ਦਾ ਕਿਰਦਾਰ ਹੀ ਇਹੋ ਜਿਹਾ ਰਿਹਾ ਕਿ ਬਾਕੀ ਜਿੰਨੀ ਵੀ ਸੋਸਾਇਟੀ ਦੇ ਵਿੱਚ ਲੋਕ ਉਹਨਾਂ ਨੂੰ ਬਚਾਉਣਾ। ਤੇ ਮੈਨੂੰ ਲੱਗਦਾ ਕਿ ਜਿਹੜੇ ਪ੍ਰੋਡਿਊਸਰ ਹਨ ਭੂਸ਼ਣ ਕੁਮਾਰ, ਡਾਇਰੈਕਟਰ ਰਾਧਿਕਾ ਰਾਓ ਤੇ ਵਿਨੇ, ਕਿਆ ਇਹਨਾਂ ਦੇ ਦਿਮਾਗ ਦੇ ਜ਼ਹਿਨ ਦੇ ਵਿੱਚ ਇਹ ਗੱਲ ਨਹੀਂ ਸੀ ਕਿ ਜਦੋਂ ਐਸੇ ਕਰੈਕਟਰ ਨੂੰ ਵਿਜ਼ੂਅਲਾਈਜ਼ ਕਰਾਂਗੇ ਤੇ ਕਿਸੇ ਦੇ ਸੈਂਟੀਮੈਂਟਸ ਹਰਟ ਹੋਣਗੇ? ਇਹ ਤਾਂ ਖੁਦ ਇਹਨਾਂ ਦੇ ਦਿਮਾਗ ਦੇ ਵਿੱਚ ਹੋਣਾ ਚਾਹੀਦਾ ਨਾ ਕਿ ਐਸੇ ਇਸ਼ੂਜ਼ ਨੂੰ ਅੱਗੇ ਲਿਆੜ ਹੀ ਨਾ, ਕਿਉਂ ਕਨਫਲਿਕਟ ਪੈਦਾ ਕਰ ਰਹੇ ਨੇ ਆਪਸ ਦੇ ਵਿੱਚ, ਜਦਕਿ ਇਹ ਤੇ ਮਸਲਾ ਹੀ ਕੋਈ ਨਹੀਂ ਹੈ। ਮੂਵੀ ਕੋਈ ਹੈ, ਉਸਦੇ ਵਿੱਚ ਇਸ਼ੂ ਕੋਈ ਕ੍ਰੀਏਟ ਕਰ ਦੇਣਾ ਮੈਨੂੰ ਤਾਂ ਨਹੀਂ ਲੱਗਦਾ ਕੋਈ ਜਾਇਜ਼ ਗੱਲ ਹੈ। ਦੇਖੋ ਵੀਰ ਜੀ, ਜਿਹੜਾ ਬਿਜ਼ਨਸਮੈਨ ਹੁੰਦਾ ਉਸ ਦੇ ਵਾਸਤੇ ਕੋਈ ਧਰਮ ਜਾਂ ਉਸ ਦੇ ਵਾਸਤੇ ਕੋਈ ਰਿਲੀਜਨ ਮਾਇਨੇ ਨਹੀਂ ਰੱਖਦਾ, ਕਿਉਂਕਿ ਉਸਨੇ ਆਪਣਾ ਬਿਜ਼ਨਸ ਦੇਖਣਾ। ਇਸੇ ਤਰ੍ਹਾਂ ਇਸ ਫਿਲਮ ਦੇ ਵਿੱਚ ਉਹਨਾਂ ਨੇ ਆਪਣੀ TRP ਦੇਖਣੀ ਹੈ, ਔਰ TRP ਇਸ ਕਦਰ ਦੇਖਣੀ ਹੈ ਕਿ ਸਾਨੂੰ ਕਿਸੇ ਵੀ ਧਰਮ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ, ਠੀਕ ਹੈ। ਇਸ ਧਰਮ ਦੇ ਵਿੱਚ ਉਹਨਾਂ ਦਾ ਕੋਈ ਦਿਲਚਸਪੀ ਨਹੀਂ ਹੈ ਇਸ ਧਰਮ ਦੀ ਕਿ ਬਰਖਲਾਫਤ ਹੋਏਗੀ, ਕਿ ਉਸ ਦਾ ਇੰਪੈਕਟ ਸੰਸਾਰ ਦੇ ਵਿੱਚ ਪਏਗਾ, ਲੋਕਾਂ ਦੇ ਵਿੱਚ ਪਏਗਾ, ਇਸ ਦੇ ਨਾਲ ਉਹਨਾਂ ਨੂੰ ਕੋਈ ਲੈਣ ਦੇਣ ਨਹੀਂ ਹੈ। ਉਹਨਾਂ ਨੂੰ ਆਪਣੀ TRP ਚਾਹੀਦੀ ਹੈ। ਉਹਨਾਂ ਨੇ ਸ਼ਾਇਦ ਹੋ ਸਕਦਾ ਹੈ ਕਿ ਇਹ ਮੁੱਦਾ ਵੀ ਜਾਣ ਕੇ ਕ੍ਰੀਏਟ ਕੀਤਾ ਗਿਆ ਹੋਵੇ ਕਿ ਕੱਲ ਨੂੰ ਇਹ ਜਿਹੜਾ ਹੈ ਇਸ ਦੇ ਉੱਪਰ ਆਬਜੈਕਸ਼ਨ ਆਉਣ, ਸਾਡੇ ਲੋਕ ਜਿਹੜੇ ਵੱਧ ਤੋਂ ਵੱਧ ਫਿਲਮ ਨੂੰ ਦੇਖਣ। ਕੀ ਪਤਾ ਇਹ TRP ਦਾ ਸਟੰਟ ਵੀ ਹੋ ਸਕਦਾ ਹੈ। ਪਰ ਮੈਂ ਅੱਜ ਤੁਹਾਡੇ ਇਸ ਮੀਡੀਆ ਰਾਹੀਂ ਤੁਹਾਨੂੰ ਦੱਸਣਾ ਚਾਹਾਂਗਾ, ਸਾਡੇ ਕੁਝ ਵੀਰ ਕੱਲ ਇਸ ਦੇ ਉੱਪਰ FIR ਵੀ ਲਗਾਉਣਗੇ ਸਨ, ਠੀਕ ਹੈ। ਅਸੀਂ ਉਹਨਾਂ ਵੀਰਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ ਸੁਚੇਤ ਹਨ ਔਰ ਆਪਣੇ ਧਰਮ ਨੂੰ ਲੈ ਕੇ ਸੁਚੇਤ ਹਨ, ਉਹ FIR ਦਰਜ ਕਰਨਗੇ। ਮੈਂ ਉਹਨਾਂ ਵੀਰਾਂ ਅੱਗੇ ਵੀ ਬੇਨਤੀ ਕਰਦਾ ਜਿਨ੍ਹਾਂ ਨੂੰ ਅਜੇ ਤੱਕ ਸਮਝ ਨਹੀਂ ਆ ਰਹੀ ਅਸੀਂ ਕੀ ਕਰ ਰਹੇ ਹਾਂ। ਅਸੀਂ ਕਿਧਰੇ ਨਾ ਕਿਧਰੇ ਚੁੱਪ ਰਹਿ ਕੇ ਉਹਨਾਂ ਦੀ ਹਾਮੀ ਨੂੰ ਭਰ ਰਹੇ ਹਾਂ ਔਰ ਆਪਣੀ ਆਇਡੈਂਟੀਟੀ ਨੂੰ ਖਤਮ ਕਰ ਰਹੇ ਹਾਂ। ਫਿਰ ਉਹ ਦਿਨ ਦੂਰ ਨਹੀਂ ਜਿਸ ਦਿਨ ਇਹ ਲੋਕ ਹੀ ਸਾਡੇ ਧਰਮ ਨੂੰ ਚੈਲੰਜ ਕਰਨਗੇ ਕਿ ਇੱਕ ਗੈਰ ਸਿੱਖ ਇੱਕ ਜਿਹੜੇ ਕੇਸ ਕਤਲ ਕਰਦਾ ਹੈ ਉਹ ਵੀ ਕਿਰਪਾਨ ਪਾ ਸਕਦਾ ਹੈ, ਉਹ ਵੀ ਗਾਤਰਾ ਪਾ ਸਕਦਾ ਹੈ, ਕਿਉਂਕਿ ਕਿਧਰੇ ਨਾ ਕਿਧਰੇ ਸੰਵਿਧਾਨ ਦੇ ਵਿੱਚ ਵੀ ਲਿਖਿਆ, ਧਾਰਾ 20 ਦੇ ਵਿੱਚ ਲਿਖਿਆ ਹੈ, ਉਹਦੇ ਵਿੱਚ ਲਿਖਿਆ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਸਿੱਖ ਜਿਹੜਾ ਕੇਸਾਧਾਰੀ ਹਿੰਦੂ ਹੈ, ਠੀਕ ਹੈ। ਫਿਰ ਉਹਨਾਂ ਦੇ ਆਉਣ ਵਾਲੇ ਫਿਊਚਰ ਦੇ ਵਿੱਚ ਉਹਨਾਂ ਦੀ ਇਹ ਗੱਲ ਸੱਚ ਹੋ ਜਾਏਗੀ। ਜੇ ਅਗਰ ਅੱਜ ਵੀ ਸਿੱਖ ਜਿਹੜਾ ਸਚੇਤ ਨਾ ਹੋਇਆ ਨਾ, ਤੇ ਫਿਰ ਇਹ ਸੁੱਤਾ ਹੀ ਰਹੇਗਾ ਔਰ ਇਸ ਨੂੰ ਜਗਾਉਣ ਵਾਸਤੇ ਫਿਰ ਕੋਈ ਨਹੀਂ ਆਉਣ ਵਾਲਾ। ਤੇ ਮੈਂ ਅੱਜ ਤੁਹਾਡੇ ਮੀਡੀਆ ਰਾਹੀਂ ਇਹ ਗੱਲ ਕਹਿਣਾ ਚਾਹਾਂਗਾ ਐਡਮਿਨਿਸਟ੍ਰੇਸ਼ਨ ਨੂੰ ਵੀ ਕਿ ਜਿੰਨੀ ਜਲਦੀ ਹੋ ਸਕਦਾ ਹੈ, ਜਿਸ ਤਰ੍ਹਾਂ ਜਲੰਧਰ ਦੇ ਵਿੱਚ
295 ਏ ਦਾ ਪਰਚਾ ਦਰਜ ਕੀਤਾ ਗਿਆ ਹੈ। ਇਸ ਤਰ੍ਹਾਂ ਜੰਮੂ ਦੇ ਵਿੱਚ ਵੀ 295 ਦਾ ਪਰਚਾ ਦਰਜ ਕੀਤਾ ਜਾਏ ਔਰ ਅਗਰ ਸੰਭਵ ਹੋ ਸਕਦਾ ਹੈ, ਕਿਉਂਕਿ ਇਹ ਸਿੱਖ ਧਰਮ ਦਾ, ਸਿੱਖ ਆਇਡੈਂਟੀਟੀ ਦਾ ਕਤਲ ਹੈ ਔਰ ਕਤਲ ਜਿਹੜਾ ਹੈ ਉਹ ਇੱਕ ਬੰਦੇ ਨੂੰ ਮਾਰਨੇ ਦੇ ਬਰਾਬਰ ਹੈ ਔਰ ਇਸ ਦੇ ਉੱਪਰ 295 ਏ ਦੇ ਨਾਲ ਨਾਲ 302 ਵੀ ਦਰਜ ਕੀਤੀ ਜਾਏ ਤਾਂ ਕਿ ਅੱਗੇ ਤੋਂ ਇਹ ਕੋਈ ਹਮਾਕਤ ਕਰ ਨਾ ਸਕੇ। ਔਰ ਸਿੱਖ ਧਰਮ ਦੇ ਬਾਰੇ ਚ ਅਗਰ ਕੋਈ ਇਹੋ ਜਿਹਾ ਐਪੀਸੋਡ ਬਣਾਉਣਾ ਚਾਹੇ ਜਾਂ ਕੋਈ ਚੀਜ਼ ਕਰਨਾ ਚਾਹੇ, ਉਦਾਂ ਦੀ ਬਰਖਲਾਫਤ ਕਰਨਾ ਚਾਹੇ, ਤਾਂ ਅੱਗੇ ਤੋਂ ਸੋਚੇ ਕਿ ਅਸੀਂ ਸਿੱਖ ਧਰਮ ਦੇ ਨਾਲ ਉਲਝਣਾ ਨਹੀਂ ਹੈ। ਬਿਲਕੁਲ, ਮੈਂ ਦਰਸ਼ਕਾਂ ਨੂੰ ਇਹ ਵੀ ਦੱਸਦਾ ਪਹਿਲੇ ਕਿ ਜਿਹੜੀ ਸਰਮੋਰ ਸੰਸਥਾ ਸਾਡੀ ਸਿੱਖ ਕੌਮ ਦੀ SGPC, ਉਹਨਾਂ ਦੇ ਵੱਲੋਂ ਇੱਕ ਤਾਲਮੇਲ ਕਮੇਟੀ ਦੇ ਵੱਲੋਂ 295 ਏ ਰਜਿਸਟਰ ਕਰਵਾ ਦਿੱਤੀ ਗਈ ਹੈ ਜਲੰਧਰ ਦੇ ਵਿੱਚ। ਜਾਣਕਾਰੀ ਪਹੁੰਚਾਉਣਾ ਸਾਡਾ ਫਰਜ਼ ਹੈ ਸਾਰੀ ਸੰਗਤ ਦੇ ਸਾਹਮਣੇ, ਲੇਕਿਨ ਮਸਲਾ ਇਹੋ ਜਿਹਾ ਹੈ ਕਿ ਗੱਲ ਕਰਨਾ ਇਹਦੇ ਉੱਪਰ ਮੈਨੂੰ ਲੱਗਦਾ ਬਹੁਤ ਜ਼ਰੂਰੀ ਹੈ। ਜਦ ਕਿਸੇ ਦੀ ਹੋਂਦ ਤੇ ਕਿਰਦਾਰ ਦੇ ਉੱਤੇ ਗੱਲ ਆਉਂਦੀ ਹੈ ਤੇ ਫਿਰ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰਦੀ, ਕਿਉਂਕਿ ਸਿੱਖ ਕੌਮ ਦਾ ਫਲਸਫਾ ਰਿਹਾ ਹੈ ਕਿ ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨਵੋ। ਸਾਡਾ ਕਿਸੇ ਧਰਮ ਦੇ ਨਾਲ ਕੋਈ ਵੀ ਵੇਰ ਵਿਰਾਦ ਨਹੀਂ, ਕਿਉਂਕਿ ਸਾਡੀ ਜਿਹੜੀ ਗੁਰਬਾਣੀ ਹੈ, ਜਿਹੜੇ ਸਾਡੇ ਲਿਵਿੰਗ ਗੁਰੂ ਹਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੂੰ ਆਪਾਂ ਪੂਜਦੇ ਆ ਨਾ ਗੁਰੂ ਦੇ ਤੌਰ ਤੇ ਉਹਨਾਂ ਨੇ ਸਾਨੂੰ ਹਮੇਸ਼ਾ ਸਿਖਾਇਆ ਕਿ ਜਾਤ ਪਾਤ ਦੇ ਵਿੱਚ ਨਹੀਂ, ਇੱਕ ਪੰਗਤ ਦੇ ਵਿੱਚ ਸੰਗਤ ਦੇ ਰੂਪ ਦੇ ਵਿੱਚ ਸਕਾਲਪੁਰ ਪਰਮਾਤਮਾ ਦੇ ਦਰਸ਼ਨ ਕਰਨੇ। ਤੁਸੀਂ ਕੀ ਵੇਖਦੇ ਹੋ ਐਸੀ ਮੂਵੀਆਂ ਨੂੰ ਲੈ ਕੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਵੀਰ ਜੀ ਨੇ ਗੱਲ ਕੀਤੀ ਹੈ ਕਿ ਬਾਲੀਵੁੱਡ ਵੱਲੋਂ ਇਹ ਹਮਲਾ ਕੀਤਾ ਗਿਆ, ਵੀਰ ਜੀ ਦੀ ਗੱਲ ਬਿਲਕੁਲ ਜਾਇਜ਼ ਹੈ। ਮੈਂ ਪੂਰੇ ਬਾਲੀਵੁੱਡ ਨੂੰ ਦੋਸ਼ੀ ਨਹੀਂ ਠਹਿਰਾਵਾਂਗਾ, ਮੈਂ ਥੋੜਾ ਜਿਹਾ ਡਿਫਰੈਂਟ ਹਾਂ। ਹਰ ਇੱਕ ਕਮਿਊਨਿਟੀ ਵਿੱਚ, ਹਰ ਇੱਕ ਸਿਸਟਮ 'ਚ ਕੁਝ ਸ਼ਰਾਰਤੀ ਅੰਸਰ ਹਨ। ਇਹ ਸਾਨੂੰ ਜਾਣ-ਬੁੱਝ ਕੇ ਪ੍ਰਿਕ ਕਰਦੇ ਨੇ ਕਿ ਇਹ ਜੀਂਦੇ ਹਨਗੇ ਮਰ ਗਏ ਹਨ। ਮੈਂ ਇੱਕ ਗੱਲ ਦੱਸ ਦਿਆਂ ਉਹਨਾਂ ਨੂੰ ਕਿ ਅਸੀਂ ਸ਼ਾਂਤ ਬੈਠੇ ਹਾਂ, ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਸੋ ਗਏ ਹਾਂ। ਗੁਰੂ ਕਾ ਲਾਲ ਕੋਈ ਵੀ ਕਿਸੇ ਜਗ੍ਹਾ ਤੋਂ ਉੱਠ ਜਾਏਗਾ ਔਰ ਉਸ ਦੀ ਭਰਪਾਈ ਕਰ ਦੇਗਾ। ਇਸ ਕਰਕੇ ਮੈਂ ਖਾਸ ਕਰਕੇ ਡਾਇਰੈਕਟਰ ਨੂੰ ਔਰ ਇਹਦੇ ਜਿਹੜੇ ਪ੍ਰੋਡਿਊਸਰ ਹਨ, ਅਗਰ ਤੇ ਤੁਸੀਂ ਜਾਣਬੁੱਝ ਕੇ ਕੀਤਾ ਹੈ ਤੇ ਇਮੀਡੀਏਟਲੀ ਤਾਂ ਵੀ ਮਾਫੀ ਮੰਗ ਲਓ। ਅਗਰ ਤੁਹਾਡੇ ਕੋਲ ਗਲਤੀ ਨਾਲ ਹੋ ਗਿਆ ਤਾਂ ਵੀ ਮਾਫੀ ਮੰਗ ਲਓ। ਦੂਸਰੀ ਗੱਲ ਇਹ ਹੈ ਕਿ ਸਾਡਾ ਥੋੜਾ ਅਵੇਸਲਾਪਨ ਵੀ ਹੈ। ਮੈਂ SGPC ਨੂੰ ਖਾਸ ਕਰਕੇ ਸਨਿਮਰ ਬੇਨਤੀ ਕਰਾਂਗਾ ਕਿ ਇੱਕ ਲੀਗਲ ਨੋਟਿਸ ਦਿੱਤਾ ਜਾਏ ਬਾਲੀਵੁੱਡ ਵਿੱਚ ਤੇ ਟੀਵੀ ਦੇ ਜਿਹੜੇ ਸੀਰੀਅਲ ਆਉਂਦੇ ਹਨ ਉਹਦੇ ਵਿੱਚ ਲੀਗਲ ਨੋਟਿਸ ਦਿੱਤਾ ਜਾਏ ਕਿ ਕੋਈ ਵੀ ਅਗਰ ਸਿੱਖ ਦਾ ਕਿਰਦਾਰ ਕਰਦਾ ਹੈ ਉਹ ਜ਼ਰੂਰ ਪੁੱਛਿਆ ਜਾਏ, ਕਿਉਂਕਿ ਸਾਨੂੰ ਸਿੱਖ ਦੀ ਇੱਕ ਰਿਆਤ ਮਰਿਆਦਾ ਹੈ, ਇੱਕ ਆਇਡੈਂਟੀਟੀ ਹੈ। ਅੱਜ ਡਾਇਰੈਕਟਰ ਸਾਹਿਬ ਇਹ ਗੱਲ ਕਹਿ ਰਹੇ ਹਨ ਕਿ ਉਹ ਅਸੀਂ ਖੋਖਰੀ ਪਹਿਨਾਈ ਦੀ ਹੈ। ਮੈਨੂੰ ਅੱਜ ਤੋਂ ਪਹਿਲੇ ਇਹ ਗੱਲ ਦੱਸ ਦੇਣ ਕਿ ਖੋਖਰੀ ਕਦੇ ਗਾਤਰੇ ਨਾਲ ਕਿਸੇ ਨੇ ਪਾਈ ਹੈ? ਅੱਜ ਤੱਕ ਨਹੀਂ ਪਾਈ। ਇਸ ਤੋਂ ਇਹ ਮਨਸ਼ਾ ਉਹਨਾਂ ਦੀ ਜ਼ਾਹਿਰ ਹੁੰਦੀ ਹੈ ਕਿ ਕਿਰਪਾਨ ਪਾ ਕੇ ਜਾ ਕੇ ਤੁਸੀਂ ਧੀਆਂ ਭੈਣਾਂ ਨਾਲ ਸ਼ਰਾਰਤਾਂ ਕਰਨੀਆਂ, ਇਹ ਸਿੱਖ ਦਾ ਕਿਰਦਾਰ ਨਹੀਂ। ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੋ। ਦੁਨੀਆ ਦਾ ਅਗਰ ਸਭ ਤੋਂ ਵਧੀਆ ਰਾਜ ਰਿਹਾ, ਅਗਰ ਕੋਈ ਹਿਸਟਰੀ ਜਿਹਨਾਂ ਨੇ ਨਹੀਂ ਚੈੱਕ ਕੀਤੀ, ਕਦੇ ਇੱਕ ਵਾਰੀ ਹਿਸਟਰੀ ਚੈੱਕ ਕਰਕੇ ਦੇਖ ਲਓ। ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਰਿਹਾ ਜਿਹਦੇ ਵਿੱਚ ਕੋਈ ਵੀ ਰਿਕਾਰਡਡ ਹੈ, ਕੋਈ ਵੀ ਰੇਪ ਨਹੀਂ ਹੋਇਆ, ਕੋਈ ਵੀ ਦੰਗਾ ਨਹੀਂ ਹੋਇਆ, ਕੋਈ ਕਿਸੇ ਕਿਸਮ ਦੀ ਫालतू ਘਟਨਾ ਨਹੀਂ ਹੋਈ। ਐਸਾ ਰਾਜ ਅੱਜ ਵੀ ਦੁਨੀਆ ਮੰਨਦੀ ਹੈ ਕਿ ਅਗਰ ਕੋਈ ਸ਼ਾਸਕ ਸੀ, ਅਗਰ ਕੋਈ ਰਾਜ ਕਰਨ ਵਾਲਾ ਸੀ, ਉਹ ਮਹਾਰਾਜਾ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਰਾਜ ਕੀਤਾ। ਇਸ ਕਰਕੇ ਮੈਂ ਬੇਨਤੀ ਕਰਾਂਗਾ ਔਰ ਖਾਸ ਕਰਕੇ ਜੰਮੂ ਕਸ਼ਮੀਰ ਦੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਾਂਗਾ, ਸਾਰੀਆਂ DGPCs ਅੱਜ ਇਕੱਠੇ ਹੋਣ ਦੀ ਜ਼ਰੂਰਤ ਹੈ। ਇਹਨਾਂ ਨੇ ਪਿੱਛੇ ਸਾਡੇ ਕੋਲੋਂ ਪੰਜਾਬੀ ਖੋਹ ਲਈ, ਸਾਡੇ ਨਾਲ ਇਹਨਾਂ ਨੇ ਸਟੇਜਾਂ ਤੇ ਆ ਕੇ ਵਾਅਦੇ ਕੀਤੇ ਕਿ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬੁੱਤ ਅਸੀਂ ਕੁੰਜਵਾਣੀ ਚੌਕ 'ਚ ਲਗਾਵਾਂਗੇ। ਉੱਥੇ ਵੀ ਇਹ ਫੇਲ। ਇਹ ਸਾਡੇ ਨਾਲ ਜਿੰਨੇ ਪ੍ਰੋਮਿਸ ਇਹਨਾਂ ਨੇ ਕੀਤੇ ਨੇ, ਇਹਨਾਂ ਨੇ ਕੀਤੇ ਨੇ, ਹਰ ਜਗ੍ਹਾ ਇਹ ਫੇਲ ਹੋਏ। ਔਰ ਸਾਡੇ ਨਾਲ ਤੇ ਜਿਹੜੇ ਕੀਤੇ ਫੇਲ ਹੋਏ, ਔਰ ਜਿਹੜੇ ਖਾਸ ਕਰਕੇ ਦੂਸਰੀ ਕਮਿਊਨਿਟੀ ਨਾਲ ਵੀ ਇਹਨਾਂ ਨੇ ਕੀਤੇ। ਅੱਜ ਦੇ ਇਹਨਾਂ ਦੇ ਹਾਲਾਤ ਇਹ ਹਨ ਕਿ ਬਿਲਕੁਲ ਟੋਟਲੀ ਝੂਠੇ ਸਾਬਤ ਹੋ ਰਹੇ ਨੇ। ਉਹ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਾਂਗਾ, ਮੈਂ ਸਾਰੇ ਹੀ ਸਿੱਖ ਕਮਿਊਨਿਟੀ ਨੂੰ ਬੇਨਤੀ ਕਰਾਂਗਾ ਕਿ ਅਸੀਂ ਇਕੱਠੇ ਹੋ ਕੇ ਇਹਨਾਂ ਨੂੰ ਸਮਝਾਈਏ ਕਿ ਅਸੀਂ ਤੁਹਾਡੇ ਦੁਸ਼ਮਣ ਨਹੀਂ, ਤੁਸੀਂ ਸਾਡੇ ਦੁਸ਼ਮਣ ਨਾ ਬਣੋ।
ਤੁਸੀਂ ਜਾਣਬੁੱਝ ਕੇ ਸਾਡੇ ਨਾਲ ਦੁਸ਼ਮਣੀਆਂ ਤਿਆਰ ਕਰ ਰਹੇ ਹੋ ਤੇ ਫਿਰ ਕੋਈ ਪਤਾ ਨਹੀਂ ਹੈ ਕਿਹੜਾ ਗੁਰੂ ਕਾ ਲਾਲ, ਕਿਸ ਤੇ ਗੁਰੂ ਨੇ ਕਿਰਪਾ ਕਰਨੀ ਹੈ, ਕਿਹਦੇ ਕੋਲੋਂ ਸੇਵਾ ਲੈ ਲੈਣੀ ਹੈ। ਇਸ ਕਰਕੇ ਮੈਂ ਬੇਨਤੀ ਕਰਾਂਗਾ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਜਿਹੜੀਆਂ ਹਨ ਉਹ ਨਾ ਕੀਤੀਆਂ ਜਾਣ ਸਿੱਖ ਕੌਮ ਨਾਲ। ਸਿੱਖ ਕੌਮ ਸ਼ਾਂਤੀ ਪ੍ਰਿਆ ਰਹਿਣਾ ਚਾਹੁੰਦੀ ਹੈ ਔਰ ਬਿਲਕੁਲ ਅਸੀਂ, ਕਿਉਂਕਿ ਮੈਂ ਤੇ ਇੱਕ ਗੱਲ ਮੰਨਦਾ ਹਾਂ, ਕਿਉਂਕਿ ਅਸੀਂ ਰੋਜ਼ ਸਵੇਰੇ ਅਰਦਾਸ ਕਰਦੇ ਹਾਂ, ਨਿਤਨੇਮ ਵੇਲੇ, ਸ਼ਾਮ ਵੇਲੇ ਵੀ ਅਰਦਾਸ ਕਰਦੇ ਹਾਂ ਕਿ ਨਾਨਕ ਨਾਮ ਚੜ੍ਹਦੀ ਕਲਾ, ਨਾਮ ਨਾਲ ਚੜ੍ਹਦੀ ਕਲਾ ਹੁੰਦੀ ਹੈ। ਨਾਨਕ ਕਹਦੇ ਨਾਮ ਨਾਲ ਚੜ੍ਹਦੀ ਕਲਾ ਹੁੰਦੀ ਹੈ, ਤੇਰੇ ਭਾਣੇ ਸਰਬਤ ਦਾ ਭਲਾ। ਅਸੀਂ ਸਰਬਤ ਦਾ ਭਲਾ ਮੰਗਣ ਵਾਲੇ ਲੋਕ ਹਾਂ, ਅਸੀਂ ਕਿਸੇ ਦਾ ਬੁਰਾ ਨਹੀਂ ਮੰਨਦੇ। ਪਰ ਦੂਜੀ ਗੱਲ, ਦੂਜੇ ਪਾਸੇ ਇੱਕ ਗੱਲ ਹੈ, ਇਹ ਵੀ ਹੈ, ਭੈ ਕਾਹੂ ਕੋ ਦੇਤ ਨਹੀਂ ਨੈ ਭੈ ਮੰਨਤਾ। ਇਸ ਕਰਕੇ ਮੈਂ ਬੇਨਤੀ ਕਰਾਂਗਾ ਸਾਰੇ ਨੌਜਵਾਨ ਵੀਰਾਂ ਨੂੰ ਕਿ ਅਸੀਂ ਕਿਸੇ ਵੀ ਗੱਲ ਤੇ ਡਿਸਟਰੈਕਟ ਨਹੀਂ ਹੋਣਾ। ਕਾਨੂੰਨ ਬਣਿਆ ਹੋਇਆ ਹੈ, ਅਸੀਂ ਪਹਿਲੇ ਕਾਨੂੰਨ ਦਾ ਸਹਾਇਤਾ ਲਾਂਗੇ। ਅਗਰ ਕਾਨੂੰਨ ਨਹੀਂ ਸਾਡੀ ਮਦਦ ਕਰਦਾ ਫਿਰ ਸਾਡੇ ਕੋਲ ਆਪਣੇ ਕਾਨੂੰਨ ਹਨ, ਫਿਰ ਅਸੀਂ ਆਪਣੇ ਕਾਨੂੰਨ ਰਾਹੀਂ ਚੱਲ ਸਕਦੇ ਹਾਂ। ਬਿਲਕੁਲ, ਮੈਂ ਬਿਲਕੁਲ ਆਪਣੇ ਦਰਸ਼ਕਾਂ ਨੂੰ, ਜਿੰਨੇ ਵੀ ਸਾਡੇ ਹੋਂਦ ਪਰਿਵਾਰ ਨਾਲ ਜੁੜੇ, ਸਾਡੀ ਕੌਮ ਨਾਲ ਜੁੜੇ, ਆਪਾਂ ਦੇਖਦੇ ਹਾਂ ਕਿ ਜਿਹੜੀ ਹਰ ਇੱਕ ਕਮਿਊਨਿਟੀ ਦੇ ਵਿੱਚ ਨਾ ਕੁਝ ਨਰਮ ਦਲ ਦੇ ਵੀ ਹੁੰਦੇ ਨੇ, ਕੁਝ ਗਰਮ ਦਲ ਦੇ, ਕੋਈ ਤੈਸ਼ ਦੇ ਵਿੱਚ ਆ ਕੇ ਅਸੀਂ ਘਟਨਾ ਨੂੰ ਅੰਜਾਮ ਵੀ ਦੇ ਦਿੰਦੇ ਨੇ। ਹੱਥ ਜੋੜ ਕੇ ਆਪਾਂ ਵੀ ਬੇਨਤੀ ਕਰਦੇ ਹਾਂ ਕਿ ਕਾਫੀ ਸਾਰੇ ਰੂਲਸ ਹੈਗੇ ਸਾਡੇ ਕੋਲ, ਕਾਫੀ ਸਾਡੇ ਕੋਲ ਸੰਸਥਾਵਾਂ ਨੇ ਜਿੱਥੇ ਜਾ ਕੇ ਅਸੀਂ ਆਪਣਾ ਰੋਸ਼ ਜਿਹੜਾ ਪ੍ਰਗਟ ਕਰ ਸਕਦੇ ਹਾਂ। ਇਸ਼ੂ ਕਈ ਵਾਰੀ ਸਾਡੇ ਨਾਲ, ਇਹ ਅੱਜ ਤੋਂ ਨਹੀਂ, ਮੈਂ ਪਹਿਲੇ ਸਟਾਰਟ ਦੇ ਵਿੱਚ ਹੀ ਕਿਹਾ ਨਾ ਕਿ ਇਨ ਮਸਲਿਆਂ ਦੇ ਉੱਤੇ ਸਾਨੂੰ ਵਿਚਾਰਨ ਦੀ ਲੋੜ ਹੈ ਇਕੱਤਰਤਾ ਦੇ ਨਾਲ। ਜਦੋਂ ਹੁਣ ਚੈਨਲ ਦਾ, ਮੀਡੀਆ ਦਾ, ਆਪ ਜੀ ਨੇ ਹਮੇਸ਼ਾ ਇੱਕ ਚੀਜ਼ ਦੇਖਿਆ, ਵਾਹਿਦ ਇੱਕ ਐਸਾ ਪਲੇਟਫਾਰਮ ਹੈ ਜਿਹਦੇ ਵਿੱਚ ਆਪਾਂ ਇਕਜੁੱਟਤਾ ਦੀ ਗੱਲ ਕਰਦੇ ਹਾਂ। ਹਮੇਸ਼ਾ ਜਿਹਦੇ ਕੋਲ ਆਪਾਂ ਜਾਂਦੇ ਹਾਂ ਇਹੀ ਗੱਲ ਕਹਿੰਦੇ ਹਾਂ ਕਿ ਅਗਰ ਕਿਸੇ ਇੱਕ ਧਿਰ ਨੇ ਕੋਈ ਐਕਸ਼ਨ ਲਿਆ ਜਾਂ ਇਨੀਸ਼ੀਏਟਿਵ ਚੁੱਕਿਆ ਹੈ, ਬਾਕੀਆਂ ਦਾ ਫਰਜ਼ ਬਣਦਾ ਹੈ ਉਸਦਾ ਕੰਧਿਆਂ ਦਾ ਸਹਾਰਾ ਬਣਨ ਦਾ। ਇਹ ਕਹਿਣ ਦਾ ਨਹੀਂ ਕਿ ਸਾਡੀ ਕੋਈ ਵਾਹਵਾਹੀ ਹੋ ਜਾਏਗੀ ਤੇ ਆਪਾਂ ਜਾ ਕੇ ਅਲੱਗ ਤੋਂ ਪ੍ਰੋਸੀਜਰ ਸਟਾਰਟ ਕਰਾਂਗੇ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜਦ ਟੇਬਲ ਦੇ ਉੱਤੇ ਸਿੰਗਲ ਫਾਈਲ ਪਈ ਹੋਏਗੀ ਨਾ, ਤੇ ਅਥਾਰਟੀ ਨੂੰ ਚੈਲੰਜ ਕਰਨ ਲਈ ਵੀ ਆਪਾਂ ਬਿਲਕੁਲ ਲਾਜ਼ਮੰਦ ਹੋਵਾਂਗੇ ਕਿ ਉਸਦੇ ਉੱਪਰ ਕੋਈ ਐਕਸ਼ਨ ਵੀ ਹੋਏਗਾ। ਅਗਰ ਇੱਕ ਟੇਬਲ ਦੇ ਉੱਤੇ 10 ਫਾਈਲਾਂ ਪਈ ਹੋਈਆਂ ਨਾ, ਆਪਾਂ ਦੇਖਦੇ ਹਾਂ ਕਿ ਗਵਰਨਮੈਂਟ ਦੇ ਕੋਲ ਜੀਆਂ ਧੂੜ ਪਈ ਦੀ ਹੋਈ ਫਾਈਲਾਂ ਜੰਮ ਜਾਂਦੀਆਂ ਨਾ, ਫਿਰ ਉਹਦੇ ਨਾਲ ਵੀ ਉਹੀ ਕੰਮ ਹੁੰਦਾ ਹੈ। ਹੁਣ ਮੇਰੇ ਨਾਲ ਵੀਰ ਜੀ ਸੁਖਦੇਵ ਸਿੰਘ ਜੀ ਵੀ ਹੈਗੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਸਮਾਜਿਕ ਕਾਰਕੁਨ। ਤੇ ਵੀਰ ਜੀ, ਮੈਂ ਜ਼ਰੂਰ ਤੁਹਾਡੇ ਕੋਲ ਇੱਕ ਗੱਲ ਲੈਣਾ ਚਾਹਾਂਗਾ ਇਸ ਮੁੱਦੇ ਦੇ ਉੱਤੇ ਕਿ ਆਪ ਜੀ ਕੀ ਵੇਖਦੇ ਹੋ, ਕਿਉਂਕਿ ਵਾਹਿਗੁਰੂ ਜੀ ਕੀ ਫਤਿਹ, ਕਿਉਂਕਿ ਮਸਲਾ ਇਹੋ ਜਿਹਾ ਕਿ ਸਭ ਦੇ ਵਿਚਾਰ ਲੈਣਾ ਬਹੁਤ ਜ਼ਰੂਰੀ ਹੈ। ਤੇ ਆਪ ਜੀ ਕਿੱਦਾਂ ਵੇਖਦੇ ਹੋ ਇਸ ਮਸਲੇ ਨੂੰ? ਦੇਖੋ ਵੀਰ ਜੀ, ਪਹਿਲੀ ਗੱਲ ਤਾਂ ਹੈ ਕਿ ਜਿਹੜਾ ਸਿੱਖੀ ਇਤਿਹਾਸ ਹੈ ਇਹ ਸਾਰਿਆਂ ਨੂੰ ਪਤਾ ਹੈ। ਸਾਰੀ ਹਿੰਦੁਸਤਾਨ ਦੇ ਜਿੰਨੇ ਵੀ ਲੋਕ ਹਨ ਸਭ ਨੂੰ ਪਤਾ ਹੈ ਕਿ ਇਹਨਾਂ ਦਾ ਜਿਹੜਾ ਕਿਰਦਾਰ ਹੈ ਉਹ ਕੁਰਬਾਨੀਆਂ ਦਾ ਹੈ, ਸੇਵਾ ਦਾ ਹੈ, ਪਾਠ ਪੂਜਾ ਦਾ ਹੈ, ਆਸਥਾ ਦਾ ਹੈ। लेकिन फिर भी कुछ ना कुछ लोग, कुछ ना कुछ हरकत, इस सरकार तरफों समझ लो या लोगों तरफों समझ लो, कि वो पता नहीं ऐसे के सानू ऊपर एक एक्सपेरीमेंट करना चाहते कि देखना चाहते कि यह है या नहीं है। सानू हमेशा घट गिनती से समझा जाता है, इस करके साडे ऊपर ये सानू धक्काशाही दे नाल कहंदे कुछ भी कर सकते हैं। लेकिन मैं फिर भी इस तुहाडे मीडिया के माध्यम तो मैं कहना चाहता हाँ कि असी बड़े शांतिप्रिय लोग भी हाँ। ਅਸੀਂ ਹਮੇਸ਼ਾ ਚਾਹੁੰਦੇ ਹਾਂ ਕਿ ਜਿੰਨੇ ਵੀ ਦੇਸ਼ ਦੇ ਉੱਪਰ ਕੋਈ ਆਪਦਾ ਆਉਂਦੀ ਹੈ, ਕੋਈ ਮੁਸੀਬਤ ਆਉਂਦੀ ਹੈ, ਅਸੀਂ ਅੱਗੇ ਆਉਂਦੇ ਹਾਂ। ਲੇਕਿਨ ਜਿਹੜੇ ਸਾਡੇ ਉੱਪਰ ਕੋਈ ਗੱਲ ਆਏਗੀ ਤੇ ਅਸੀਂ ਵੀ ਪਿੱਛੇ ਨਹੀਂ ਹਟਾਂਗੇ। ਠੀਕ ਹੈ, ਮੇਰੀ ਇਹ ਡਾਇਰੈਕਟਰਾਂ ਨੇ ਹੋ ਸਕਦਾ ਹੈ ਕਿ ਪਬਲਿਸਿਟੀ ਗੇਨ ਕਰਨ ਵਾਸਤੇ ਕੁਝ ਕਹਿ ਦਿੰਦੇ ਆ, ਫਿਰ ਇਹ ਲੋਕ ਆਕਰੋਸ਼ਿਤ ਹੋਣਗੇ, ਆਣਗੇ, ਸਾਡੀ ਪਬਲਿਸਿਟੀ ਹੋਏਗੀ। ਅਗਰ ਉਸ ਮਨਸ਼ਾ ਨਾਲ ਵੀ ਕੀਤੀ ਦੀ ਹੋਏਗੀ ਤਾਂ ਵੀ ਗਲਤ ਗੱਲ ਹੈ, ਜਾਣਬੁੱਝ ਕੇ ਕੀਤੀ ਹੈ ਤਾਂ ਵੀ ਗਲਤ ਗੱਲ ਹੈ, ਔਰ ਸੋਚ ਸਮਝ ਕੇ ਕੀਤੀ ਹੈ ਤਾਂ ਵੀ ਗਲਤ ਗੱਲ ਹੈ। ਜੋ ਵੀ ਹੈ ਅਸੀਂ ਸਾਰੇ ਇਕੱਠੇ ਹੋ ਕੇ ਇਸ ਜਿਹੜਾ ਮੁੱਦਾ ਇਹ ਉੱਠਿਆ ਹੈ ਕਿ ਨਹੀਂ ਰਿਲੀਜ਼ ਹੋਣੀ ਚਾਹੀਦੀ। ਅਗਰ ਰਿਲੀਜ਼ ਕਰਨੀ ਹੈ ਤੇ ਪਹਿਲੇ ਸਾਡੇ ਜਿਹੜੇ ਵੀ ਪੰਥਕ ਦੇ ਜਿਹੜੇ ਵੱਡੇ, ਜਿਹੜੇ ਸਾਡੇ ਗੁਰਦੁਆਰੇ ਗੁਰੂ ਘਰ ਜਿਹੜੇ ਪੰਥਕ ਲੀਡਰ ਹਨ ਉਹਨਾਂ ਨੂੰ ਦੱਸਿਆ ਜਾਏ। ਅਗਰ ਉਹ ਹਾਮੀ ਭਰਨਗੇ, ਉਹ ਸੀਨ ਕੱਟਣਗੇ, ਹਾਮੀ ਭਰਨਗੇ, ਉਸ ਤੋਂ ਬਾਅਦ ਇਹ ਮੂਵੀ ਨੂੰ ਰਿਲੀਜ਼ ਕੀਤਾ ਜਾਏ। नहीं तो बहुत ही गलत मैसेज समाज में जाएगा तो इन्होंने वास्ते भी बड़ा गलत हो जाएगा, क्योंकि साढ़े को बड़े ऑप्शन है इसको हटाने वास्ते। असी पहले कानून का भी सहारा लांगे, प्रोटेस्ट भी करांगे। अगर फिर भी जबरदस्ती इन्होंने लगाने की कोशिश की तो असी सारे उस सिनेमा घर के बाहर जाके खड़े हो जाएंगे जिथे लगी दी होगी। बाकी मेरी भी उन्होंने सिनेमा घर के मालकां नूं सबनूं मेरी हाथ जोड़ के अरदास है कि असी हमेशा समाज वास्ते खड़े हाँ। ਸਾਡੇ ਉੱਪਰ ਆਈ ਹੈ ਤੇ ਤੁਸੀਂ ਵੀ ਸਾਡੇ ਨਾਲ ਖੜੇ ਹੋ। ਬਿਲਕੁਲ, ਇਹ ਸਵਾਲ ਮੈਂ ਜ਼ਰੂਰ ਰਵਿੰਦਰ ਵੀਰ ਜੀ ਕੋਲ ਜ਼ਰੂਰ ਲੈਣਾ ਚਾਹਾਂਗਾ, ਕਿਉਂਕਿ ਮੈਂ ਹਮੇਸ਼ਾ ਵੇਖਦਾ ਕੋਈ ਵੀ ਮਸਲਾ ਹੋਏ ਜਿਹੜਾ ਸੁਸਾਇਟੀ ਦੇ ਲਈ ਹੋਏ ਨਾ, ਆਪਾਂ ਹਮੇਸ਼ਾ ਪਹਿਲ ਕਰਕੇ ਜਾਂਦੇ ਹਾਂ। ਸਾਡੇ ਦਿਲ ਦੇ ਵਿੱਚ ਵੀ ਇੱਕ ਆਸ ਹੁੰਦੀ ਹੈ ਕਿ ਜਦੋਂ ਇਹੋ ਜਿਹੇ ਮਸਲੇ ਆਉਂਦੇ, ਕਿਆ ਸਾਡੀ ਸੁਸਾਇਟੀ ਦੇ ਵਿੱਚ ਬਾਕੀ ਨੂੰ ਵੀ ਅੱਗੇ ਨਹੀਂ ਆਉਣਾ ਚਾਹੀਦਾ ਇਸ ਮਸਲੇ ਦੇ ਉੱਤੇ ਕਿ ਕਿਉਂ ਹੋ ਰਿਹਾ ਐਸਾ, ਕਿਉਂ ਕਿਰਦਾਰ ਨਾਲ ਤੇ ਸਾਰੇ ਵਾਕਿਫ ਹਨ। ਜੀ ਮਸਲਾ ਇਹ ਹੈ ਕਿ ਹਰ ਕੋਈ ਆਦਮੀ ਆਪਣੀ ਲਾਈਫ 'ਚ ਬਿਜ਼ੀ ਹੈ। ਤੁਹਾਡੀ ਬੜੀ ਵੱਡੀ ਗੱਲ ਹੈ ਕਿ ਹਰ ਇੱਕ ਨੂੰ ਅੱਗੇ ਆਉਣਾ ਚਾਹੀਦਾ ਹੈ। मैं कहना कि हर एक ਨੂੰ बिल्कुल अगे आना चाहिए है। अपनी कौम
ਸਮੇਂ ਦਾ ਦਸਵੰਧ ਵੀ ਦੇਣਾ ਚਾਹੀਦਾ, ਪੈਸੇ ਦਾ ਦਸਵੰਧ ਤੇ ਜ਼ਰੂਰ ਦੇਣਾ ਚਾਹੀਦਾ। मैं अपनी सोसाइटी की गल कर रहे हैं, कौमियत की गल नहीं कर रहा, हाँ। क्योंकि गुरु नानक महाराज जी का फलसफा ना कि अगर मानस की जा सब एक पहचान हो, अगर उस जोत ने सानू दसिया ना कि सारी सोसाइटी ਦੇ ਵਿੱਚ ਵਸਣ ਵਾਲੇ ਲੋਕ ਇੱਕ ਹਨ, ਫਿਰ ਬਾਕੀ ਕਮਿਊਨਿਟੀ ਦੇ ਲੋਕਾਂ ਨੂੰ ਵੀ ਅੱਗੇ ਆ ਕੇ ਚਾਹ ਕੇ ਇਸ ਦਾ ਰੋਸ਼ ਕਰਨਾ ਚਾਹੀਦਾ ਹੈ ਕਿ ਸਾਡੇ ਭਰਾਵਾਂ ਨਾਲ ਐਸਾ ਕਿਉਂ, ਕਿਉਂਕਿ ਸਾਡੇ ਜ਼ਿੰਦਗੀ ਦੇ ਵਿੱਚ ਵੀ ਐਸੀ ਫਰੈਂਡਸ਼ਿਪ ਹੈਗੀ ਹੈ, ਐਸੇ ਦੋਸਤ ਯਾਰ ਹੈਗੇ ਨੇ, ਸੋਸਾਇਟੀ ਵਿੱਚ ਬਚਣ ਵਾਲੇ ਬਜ਼ੁਰਗ ਨੇ ਜਿਨ੍ਹਾਂ ਨੂੰ ਆਪਾਂ ਡੇਲੀ ਸੁਣਦੇ ਹਾਂ, ਵੇਖਦੇ ਹਾਂ। ਕਈ ਵਾਰੀ ਉਹਨਾਂ ਦਾ ਫਰਜ਼ ਨਹੀਂ ਬਣਦਾ, ਬਾਕੀ ਮੀਡੀਆ ਚੈਨਲ ਦਾ ਫਰਜ਼ ਨਹੀਂ ਬਣਦਾ ਕਿ ਇਸ ਚੀਜ਼ ਦੇ ਉੱਤੇ ਗੱਲਬਾਤ ਕਰਨੀ ਚਾਹੀਦੀ ਹੈ। ਦੇਖੋ ਵੀਰ ਜੀ, ਮਸਲਾ ਇਹ ਹੈ ਕਿ ਮੈਂ ਤੁਹਾਨੂੰ ਪਹਿਲੇ ਵੀ ਇਹ ਗੱਲ ਕਹੀ ਹੈ ਕਿ ਅੱਜ ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਕੀ ਗੁਰੂ ਨਾਨਕ ਸਾਹਿਬ ਨੇ ਜਿਸਲੇ ਜਨੇਊ ਪਾਉਣ ਤੋਂ ਇਨਕਾਰ ਕੀਤਾ ਸੀ ਨਾ, ਇਹ ਵਿਰੋਧ ਉਸ ਲਈ ਸ਼ੁਰੂ ਹੋ ਗਿਆ ਸੀ ਤੇ ਉਹ ਕੁਝ ਅਨਸਰ ਹਨ। ਤੁਸੀਂ 84 ਦੇ ਰਾਈਟਸ ਨੂੰ ਵੀ ਅਗਰ ਲੈ ਲਓ ਨਾ, ਉਹ ਜੈਨੋਸਾਈਡ ਰਾਈਟਸ ਨਹੀਂ, ਜੈਨੋਸਾਈਡ ਕਵਾਂਗਾ, ਜੈਨੋਸਾਈਡ ਨੂੰ ਲੈ ਲਓ ਤੁਸੀਂ, ਸਾਰੇ ਮਾੜੇ ਨਹੀਂ ਜੀ। ਜੈਨੋਸਾਈਡ ਨੂੰ ਲੈ ਲਓ, ਕੁਝ ਨੇ ਗਲੇ ਟਾਇਰ ਪਾਏ, ਸਾੜਿਆ, ਤੇ ਕੁਝ ਨੇ ਆਪਣੇ ਘਰਾਂ ਵਿੱਚ ਰੱਖਿਆ। ਮਾੜੇ ਲੋਕ ਹਰ ਕਮਿਊਨਿਟੀ 'ਚ ਵੀ ਹਨ, ਕੁਝ ਚੰਗੇ ਵੀ ਹਨ, ਕੁਝ ਮਾੜੇ ਵੀ ਹਨ। ਜਿਹੜੇ ਅੱਛੇ ਲੋਕ ਹਨ ਉਹ ਅੱਜ ਵੀ ਸਾਨੂੰ ਸਪੋਰਟ ਕਰਦੇ ਹਨ, ਅੱਜ ਵੀ ਸਾਨੂੰ ਸਪੋਰਟ ਕਰਦੇ ਹਨ। ਹਾਂ, ਉਹ ਗੱਲ ਵੱਖਰੀ ਹੈ ਕਿ ਸਾਡੇ ਨਾਲ ਨਹੀਂ ਬੈਠਦੇ ਆ ਕੇ। ਅਸੀਂ ਸਿੱਖ ਦਾ ਕਿਰਦਾਰ ਹੈ ਕਿ ਜਿੱਥੇ ਨਾ ਇਨਸਾਫੀ ਹੈ ਕਿ ਕਿਸੇ ਜਗ੍ਹਾ ਵੀ ਹੋਈ, ਰਾਜਪੂਤ ਵੀਰਾਂ ਨੇ ਅਗਰ ਕੋਈ ਇਨੀਸ਼ੀਏਟਿਵ ਲਿਆ ਸੀ, ਅਸੀਂ ਖੁਦ ਕੇ ਅੱਗੇ ਆਏ ਕਿਉਂਕਿ ਰਾਈਟ ਡਿਸੀਜਨ ਸੀ, ਔਰ ਹਮੇਸ਼ਾ ਅਸੀਂ ਅੱਗੇ ਰਵਾਂਗੇ। ਕਰੋਨਾ ਕਾਲ ਦਾ ਸਿਸਟਮ ਸੀ, ਅਸੀਂ ਖੁਦ ਕੇ ਅੱਗੇ ਆਏ। ਜਿੱਥੇ ਵੀ ਸਿੱਖ ਦਾ ਫਰਜ਼ ਹੀ ਇਹ ਹੈ, ਇਹ ਜਿਹੜੀ ਤੁਸੀਂ ਦਸਤਾਰ ਬੰਨੀ ਹੈ ਨਾ, ਜਿਸ ਨੂੰ ਅਸੀਂ ਦਸਤਾਰ ਕਹਿੰਦੇ ਹਾਂ, ਕਾਸ਼ ਕਦੇ ਦਸਤਾਰ ਦਾ ਮੀਨਿੰਗ ਸਾਨੂੰ ਪਤਾ ਹੋਏ ਨਾ। ਇਹ 10 ਗੁਰੂਆਂ ਦੀ ਤਾਰ ਹੈ, ਇਹ ਕਨੈਕਟੀਵਿਟੀ ਹੈ 10 ਗੁਰੂਆਂ ਦੀ। ਗੁਰੂ ਗ੍ਰੰਥ ਸਾਹਿਬ ਮਹਾਰਾਜ 35 ਮਹਾਂਪੁਰਸ਼ ਬੈਠੇ ਨੇ, ਉਹਦੇ 'ਚ ਰਵਿਦਾਸ ਚਮਾਰ ਜੀ ਵੀ ਹਨ, ਧੰਨਾ ਜੀ ਵੀ ਹਨ, ਪਰਮਾਨੰਦ ਜੀ ਵੀ ਹਨ, ਫਰੀਦ ਜੀ ਵੀ ਹਨ, ਕਬੀਰ ਜੀ ਵੀ ਹਨ, ਗੁਰੂ ਸਾਹਿਬਾਨ ਖੁਦ ਬੈਠੇ ਨੇ। ਸਾਡੇ ਜਿੰਨਾ ਸੈਕੂਲਰ ਮੈਂ ਨਹੀਂ ਸਮਝਦਾ ਕੋਈ ਹੋਏਗਾ। ਕੋਈ ਲੋਕ ਦਾਵਾ ਕਰਦੇ ਨੇ ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ, ਲੇਕਿਨ ਅਸੀਂ ਜਿੰਨੇ ਸੈਕੂਲਰ ਆ ਨਾ, ਤੁਸੀਂ ਕਦੇ ਵੀ ਕਿਸੇ ਸਿੱਖ ਨੂੰ ਦੇਖ ਲਿਓ, ਕਿਤੇ ਵੀ ਨਾਇਨਸਾਫੀ ਹੁੰਦੀ ਹੋਏਗੀ ਨਾ, ਜ਼ਰੂਰ ਖੜਾ ਹੋ ਜਾਏਗਾ। ਬਿਲਕੁਲ, ਮੈਂ ਸੰਗਤ ਨੂੰ ਵੀ ਮੈਂ ਇਹਦੀ ਜੇ ਗੱਲ ਕਹਿਣਾ ਚਾਹਾਂਗਾ ਸਰ, ਇਹਦੀ ਖੁੱਲ ਕੇ ਬੋਲਣਾ ਚਾਹੀਦਾ, ਇਹਦੀ ਚੋਰੀ ਛੁਪਾਉਣ ਦੀ ਕੋਈ ਗੱਲ ਨਹੀਂ ਹੈ। ਅੱਜ ਜੰਮੂ ਵਿੱਚ ਕਰੋਨਾ ਆਇਆ, ਚਾਹੇ ਬੰਮ ਬੋਲੇ ਦਾ ਇੱਥੇ ਅੰਦੋਲਨ ਹੋਇਆ, ਅੱਜ ਰਾਜਪੂਤ ਸਭਾ ਦਾ ਅੰਦੋਲਨ ਹੋਇਆ, ਕਸ਼ਮੀਰ 'ਚ ਬਾੜ ਆਈ, ਸਿੱਖ ਸਮਾਜ ਹਮੇਸ਼ਾ ਅੱਗੇ बढ़ के आया है। मैं अपनी भी गल करता, मैं भी अगे बढ़ के आया, लक्की वीर बैठे ने, बिट्टू वीर बैठे, ਅਸੀਂ ਸਾਰੇ ਅੱਗੇ ਆਉਂਦੇ ਆ ਔਰ ਅਸੀਂ ਮੁੱਖ ਹੋ ਕੇ ਬੋਲਦੇ ਆ। ਸਾਨੂੰ ਕੋਈ ਨਹੀਂ ਬੁਲਾਉਂਦਾ ਕਿ ਤੁਸੀਂ ਆਓ ਤੇ ਸਾਡੇ ਮੁੱਦੇ 'ਚ ਬੋਲੋ, ਕਿਉਂਕਿ ਸਾਨੂੰ ਲੱਗਦਾ ਕਿ ਭਾਈ ਸਾਡੇ ਨਾਲ ਰਹਿੰਦੇ, ਸਾਡੇ ਸਮਾਜ ਦੇ ਬੰਦੇ, ਚਾਹੇ ਹਿੰਦੂ ਹੈ, ਮੁਸਲਿਮ ਹੈ, ਜੋ ਵੀ ਹੈ, ਅਸੀਂ ਖੁੱਲ ਕੇ ਅੱਗੇ ਆਉਂਦੇ ਆ। ਸਾਨੂੰ ਕਹਿਣ ਦੀ ਜ਼ਰੂਰਤ ਨਹੀਂ ਹੈ, ਇਹਨਾਂ ਨੂੰ ਆਪ ਹੀ ਆ ਕੇ ਮੀਡੀਆ ਬਿਆਨ ਦੇਣਾ ਚਾਹੀਦਾ ਕਿ ਸਾਡੇ ਸਿੱਖਾਂ ਦੇ ਉੱਪਰ ਗਲਤ ਜਿਹੜਾ ਮੈਸੇਜ ਆ ਰਿਹਾ, ਗਲਤ ਆ ਰਿਹਾ ਹੈ, ਸਿੱਖਾਂ ਵਿੱਚ ਰੋਸ਼ ਹੈ ਤੇ ਤੁਸੀਂ ਉਹਨਾਂ ਨੂੰ ਬਿਆਨ ਦੇਣਾ ਚਾਹੀਦਾ ਹੈ। ਅਸੀਂ ਮੈਂ ਹੁਣ ਅਗਰ ਮੈਂ ਕਠੂਏ ਵਿੱਚ ਆ, ਜੰਮੂ ਵਿੱਚ ਅੰਦੋਲਨ ਹੁੰਦਾ, ਮੈਂ ਆਂਦਾ ਤੇ ਕਿਆ ਇਹਨਾਂ ਦਾ ਫਰਜ਼ ਹੀ ਬਣਦਾ ਕਿ ਸਾਡੇ ਵਾਸਤੇ ਆਣ। ਮੈਂ ਤੁਹਾਡੇ ਮਾਧਿਅਮ ਤੋਂ ਉਹਨਾਂ ਸਾਰੇ ਵੀਰਾਂ ਨੂੰ ਕਹਿਣਾ ਚਾਹਾਂਗਾ, ਅਸੀਂ ਸਮਾਜ ਦੇ ਇੱਕ ਫੁਲਵਾੜੀਆਂ, ਅਸੀਂ ਇਕੱਠੇ ਹੋ ਕੇ ਰਹਿਣਾ ਹੈ। ਕਿਸੇ ਪਰ ਵੀ ਕੋਈ ਆਂਚ ਆਏਗੀ, ਚੋਰੀ ਤੁਹਾਡੇ ਘਰ ਹੋ ਰਹੀ ਹੈ ਤੇ ਮੈਂ ਖੁਸ਼ੀ ਨਹੀਂ ਮਨਾਉਂਗਾ, ਅਗਰ ਮੇਰੇ ਘਰ ਹੋ ਰਹੀ ਤੇ ਉਹ ਖੁਸ਼ੀ ਨਹੀਂ ਮਨਾਉਣਗੇ। ਉਹਨਾਂ ਨੂੰ ਵੀ ਅੱਗੇ ਆ ਕੇ ਬਿਆਨ ਦੇਣਾ ਚਾਹੀਦਾ ਹੈ ਔਰ ਸਟਰੋਂਗਲੀ ਪ੍ਰੋਟੈਸਟ ਕਰਨਾ ਚਾਹੀਦਾ ਹੈ ਕਿ ਇਹ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ, ਕਿਉਂਕਿ ਅੱਜ ਇਹਨਾਂ ਨੇ ਸਾਡੇ ਆਸਥਾ ਖੇਡਿਆ, ਕੱਲ ਨੂੰ ਇਹਨਾਂ ਦੇ ਆਸਥਾ ਨਾਲ ਵੀ ਖੇਲਣਗੇ ਉਹ। ਬਿਲਕੁਲ ਸਹੀ ਕਿਹਾ ਹੈ, ਬਿਲਕੁਲ ਬਹੁਤ ਵਧੀਆ ਗੱਲ ਕਹੀ। ਔਰ ਸਾਨੂੰ ਚਾਹੀਦਾ ਹੈ ਕਿ ਇਹ ਜਿਹੜੀ ਭਾਈਚਾਰਾ ਹੈ ਨਾ, ਇਸ ਨੂੰ ਕਾਇਮ ਕਰਕੇ ਰੱਖੀਏ, ਅਸੀਂ ਕਾਇਮ ਕਰਕੇ ਰੱਖੀਏ ਔਰ ਦੂਸਰੇ ਕਮਿਊਨਿਟੀ ਦੇ ਲੋਕਾਂ ਨੂੰ ਵੀ ਬਾਹਰ ਆਉਣਾ ਚਾਹੀਦਾ। ਔਰ ਆਉਂਦੇ ਵੀ ਹਨ ਉਹ, ਕਿਉਂਕਿ ਕਈ ਵਾਰੀ ਨਹੀਂ ਸਾਹਮਣੇ ਆ ਸਕਦੇ, ਲੇਕਿਨ ਆਉਂਦੇ ਵੀ ਹਨ, ਨਹੀਂ ਮੀਡੀਆ 'ਚ ਆ ਸਕਦੇ ਨੇ। ਇਸ ਤਰ੍ਹਾਂ ਕੁਝ ਲੋਕ ਸਪੋਰਟ ਵੀ ਕਰਦੇ। ਤੇ ਮੈਂ ਇੱਕ ਬੇਨਤੀ ਕਰਾਂਗਾ ਕਿ ਅੱਜ ਸਾਡੇ ਰਿਲੀਜਨ ਨਾਲ ਕੋਈ ਛੇੜਦਾ ਹੈ, ਕੱਲ ਤੁਹਾਡੇ ਨਾਲ ਵੀ ਕੋਈ ਛੇੜੇਗਾ। ਔਰ ਇਹ ਬਿਲਕੁਲ ਰਿਲੀਜਨ ਤੱਕ ਰਹਿਣ ਦਿਓ, ਇਸ ਨੂੰ ਛੇੜੋ ਨਾ, ਇਸ ਵਿੱਚ ਕੋਈ ਛੇੜਛਾੜ ਨਾ ਤੁਸੀਂ ਕਰੋ, ਨਾ ਅਸੀਂ। ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਈ ਵਾਰੀ ਸਾਡੇ ਕੋਲ ਇਹੋ ਜਿਹੀਆਂ ਸਟੋਰੀਆਂ ਜਦੋਂ ਉੱਤੇ ਮੂਵੀ ਬਣਾਉਣ ਦੇ ਲਈ ਸਾਡੇ ਕੋਲ ਹਜ਼ਾਰਾਂ ਹੀ ਸਕੋਪ ਹਨ। मूवी सिर्फ मैं सिख रिलीजन की गल नहीं कर रहा, और भी काफ़ी मूवीज़ ऐसियां जिहदे सानू वध चढ़ के अगेंस्ट होना चाहिए, आवाज़ रखनी चाहिए है। कंटेंट नाल पता नहीं क्यों एक रिलीजन ही बाकी होर भी रिलीजन नाल छेड़खानी हो रही है, संगत जाना इहदे लई। ते होंद चैनल का प्लेटफॉर्म के उत्ते हमेशा एको ही गल रखते हैं, आपसी सांझवालता की, जो मैसेज अज देने की कोशिश की एक पॉजिटिव इंपैक्ट के नाल, क्योंकि हमेशा TRP के मगर रह के वाह वाह लुट्टण तो बैटर है कि जदों तक सवासां की घड़ी उस अकाल पुरख ने सानू दिती है, उसके दायरे दे विच रह के कुछ सिखा के जाइए ते कुछ समाज को सीख के जाइए। ते यही इस मूवी दे विच आपां चाहते सी कि सारी गलबात संगतां सामने रखीए। साडे नाल मुस्लिम कम्यूनिटी के वीर भी जुड़े ने, भैणां जुड़ियां, साडे नाल हिंदू वीर की कम्यूनिटी भैणां जुड़ियां, साडे नाल सिख कम्यूनिटी नाल भी जुड़ियां। ते मैं उन सारिआं नूं अपील करदा कि वध चढ़ के शेयर और कमेंट अपना रोष दे राही जरूर प्रगटावा करो इस दे उत्ते, क्योंकि की पता अज एक मूवी दे राही छेड़खानी की गई इतिहास दे नाल, कल दूसरे नाल की जाएगी, परसों तीसरे नाल, ते जिहड़ी आपसी सांझवालता दा प्यार साडी सोसाइटी दे विच खत्म हो रहा ना,
ਆਓ ਇੱਕ ਫੁੱਲ ਅਸੀਂ ਵੀ ਪਿਆਰ ਦਾ ਖਲੇਰੀਏ ਇਸ ਦੇ ਵਿੱਚ, ਤਾਂ ਕਿ ਵੱਧ ਚੜ ਕੇ ਆਈਏ। ਹੁਣ ਇੱਕ ਮੈਸੇਜ ਮੈਂ ਚਾਹਾਂਗਾ ਸੰਗਤਾਂ ਦੇ ਸਾਹਮਣੇ, ਆਪਸੀ ਪਿਆਰ ਮੁਹੱਬਤ ਦੇ ਉੱਪਰ ਜਿਹੜੀ ਸਾਰੀ ਕਮਿਊਨਿਟੀਆਂ ਮਿਲ ਕੇ ਸਾਰਿਆਂ ਨੂੰ ਚਾਹੀਦਾ ਕਿ ਐਸੇ ਕਨਸੈਪਟ ਦੇ ਉੱਤੇ ਵੱਧ ਚੜ ਕੇ ਅੱਗੇ ਆਉਣ, ਕਿਉਂਕਿ ਬਹੁਤ ਹੋ ਚੁੱਕਿਆ ਮੈਨੂੰ ਲੱਗਦਾ ਹੈ ਕਿ ਇੱਕ ਨੂੰ ਦੂਸਰੇ ਨਾਲ ਲੜਾ ਕੇ, ਦੂਸਰੇ ਨੂੰ ਤੀਸਰੇ ਨਾਲ ਲੜਾ ਕੇ ਵਾਹ ਵਾਈ ਲੁੱਟਣ ਤੋਂ ਬੈਟਰ ਹੈ ਕਿ ਉਹਨਾਂ ਮਿਲ ਕੇ ਸਾਰੇ ਇਕੱਠੇ ਇੱਕ ਐਸੇ ਸਮਾਜ ਦੀ ਸਿਰਜਣਾ ਕਰੀਏ ਜਿਸ ਦੇ ਵਿੱਚ ਕੋਈ ਭਰਾ ਵੈਰ ਦਾ, ਇੱਕ ਦੂਜੇ ਦਾ ਵੈਰੀ ਨਾ ਹੋਏ, ਤੇ ਕੋਈ ਸੁਸਾਇਟੀ ਦੇ ਵਿੱਚ ਵਸਦਾ ਦੂਸਰੇ ਪਿੰਡ ਦਾ ਵੈਰੀ ਨਾ ਹੋਏ, ਆਪਸੀ ਪਿਆਰ ਸਾਂਝਵਾਲਤਾ ਨਾਲ ਸਾਰੇ ਰਹੀਏ। ਇੱਕ ਮੈਸੇਜ ਚਾਹਾਂਗਾ ਜਰੂਰ ਸੰਗਤਾਂ ਦੇ ਸਾਹਮਣੇ। ਮੈਂ ਆਪ ਜੀ ਦੇ ਰਾਹੀਂ ਅੱਜ ਇਥੋਂ ਇਹੀ ਕਹਿਣਾ ਚਾਹਾਂਗਾ ਕਿ ਜਿਸ ਤਰ੍ਹਾਂ ਬਾਕੀ ਕਮਿਊਨਿਟੀਜ਼ ਦੇ ਨਾਲ ਜਾਂ ਬਾਕੀ ਜਿਹੜਾ ਵੀ ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਕਿ ਜਿਸ ਕਮਿਊਨਿਟੀ ਨੇ ਵੀ ਜਦ ਵੀ ਕਿਸੇ ਨੇ ਆਵਾਜ਼ ਲਗਾਈ, ਤੇ ਸਿੱਖ ਧਰਮ ਜਿਹੜਾ ਇੱਕ ਐਸਾ ਧਰਮ ਸੀ ਜਿਹੜਾ ਹਰ ਕਮਿਊਨਿਟੀ ਦੇ ਨਾਲ ਖੜਾ ਹੋਇਆ। ਤੇ ਮੈਂ ਚਾਹਾਂਗਾ ਕਿ ਅੱਜ ਸਿੱਖਾਂ ਦਾ ਜਿਹੜਾ ਇਹ ਮੁੱਦਾ ਬਣਿਆ ਹੈ, ਤੇ ਮੈਂ ਚਾਹਾਂਗਾ ਕਿ ਬਾਕੀ ਕਮਿਊਨਿਟੀਆਂ ਵੀ ਜਿਹੜੀਆਂ ਹਨ ਉਹ ਸਿੱਖਾਂ ਦੇ ਨਾਲ ਇਸੇ ਤਰੀਕੇ ਨਾਲ ਖੜੀਆਂ ਰਹਿਣ ਜਿਸ ਤਰ੍ਹਾਂ ਸਿੱਖ ਧਰਮ ਜਿਹੜਾ ਤੁਹਾਡੇ ਨਾਲ ਖੜਾ ਰਿਹਾ। ਬਾਕੀ ਮੈਂ ਆਪਣੇ ਸਿੱਖ ਧਰਮ ਦੇ ਵੀਰਾਂ ਨੂੰ ਅਤੇ ਬਾਕੀ ਕਮਿਊਨਿਟੀ ਦੇ ਵੀਰਾਂ ਨੂੰ ਵੀ ਮੈਂ ਇਹ ਗੱਲ ਕਹਾਂਗਾ ਕਿ ਅਸੀਂ ਮੌਕੇ ਤੇ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਜਦ ਤੱਕ ਇਹ ਫਿਲਮ ਰਿਲੀਜ਼ ਨਹੀਂ ਹੁੰਦੀ। ਅਗਰ ਇਸ ਦੇ ਵਿੱਚੋਂ ਜਿਹੜੇ ਆਪੱਤੀਜਨਕ ਜਿਹੜੇ ਸੀਨ ਹਨ ਉਹ ਕੱਟੇ ਨਹੀਂ ਜਾਂਦੇ, ਜਿਸ ਦੇ ਵਿੱਚ ਕਿਰਪਾਨ ਵਾਲਾ ਗਾਤਰਾ ਪਾ ਕੇ ਕਿਰਪਾਨ ਪਾਈ ਗਈ ਹੈ, ਉਹ ਵਾਲਾ ਸੀਨ ਔਰ ਸੌਂਗ ਕੱਟਿਆ ਨਹੀਂ ਜਾਂਦਾ, ਤੇ ਉਦੋਂ ਤੱਕ ਸਾਡੀ ਲੜਾਈ ਜਾਰੀ ਰਹੇਗੀ। ਅਸੀਂ FIR ਤੱਕ ਜਿਹੜਾ ਜੰਮੂ ਦੇ ਵਿੱਚ FIR ਕਿਸ ਤਰ੍ਹਾਂ ਦਰਜ ਹੋ ਸਕੇ ਪੂਰਨ ਤੌਰ ਤੇ ਉਸ ਦੇ ਉੱਪਰ ਦੇਖਾਂਗੇ। ਦੂਜਾ, ਅਗਰ ਇਸ ਦੇ ਬਾਅਦ ਅਗਰ ਸਾਡੀ ਗਵਰਨਮੈਂਟ ਨਹੀਂ ਸੁਣਦੀ, ਅਗਰ ਪ੍ਰੋਟੈਸਟ ਕਰਨਾ ਪਿਆ ਤੇ ਅਸੀਂ ਪ੍ਰੋਟੈਸਟ ਵੀ ਕਰਾਂਗੇ, ਔਰ ਅਗਰ ਥੀਏਟਰ ਦੇ ਬਾਹਰ ਬੈਠਣਾ ਪੈ ਗਿਆ ਸਾਨੂੰ ਧਰਨੇ ਤੇ, ਅਸੀਂ ਧਰਨੇ ਤੇ ਵੀ ਬੈਠਾਂਗੇ। ਤੇ ਲਿਹਾਜ਼ਤਨ ਉਹਨਾਂ, ਜਿਸ ਤਰ੍ਹਾਂ ਸੁਖਦੇਵ ਵੀਰ ਜੀ ਨੇ ਕਿਹਾ ਕਿ ਮੈਂ ਉਹਨਾਂ ਸਿਨੇਮਾ ਘਰ ਵਾਲਿਆਂ ਨੂੰ ਵੀ ਕਹਾਂਗਾ ਕਿ ਜਿੰਨੀ ਦੇਰ ਤੱਕ ਇਹ ਸੀਨ ਕੱਟੇ ਨਹੀਂ ਜਾਂਦੇ ਤੇ ਇੰਨੀ ਦੇਰ ਤੱਕ ਵੀਰੋ ਇਸ ਦੇ ਥੀਏਟਰਾਂ ਦੇ ਵਿੱਚ ਇਹ ਫਿਲਮ ਨਾ ਲਗਾਈ ਜਾਏ, ਨਹੀਂ ਤੇ ਸਿੱਖ ਸਮਾਜ ਜਿਹੜਾ ਇੱਕ ਸ਼ਾਂਤੀਮਈ ਸਮਾਜ ਹੈ, ਇਹਦਾ ਰੋਸ਼ ਦਾ ਜਿਸਲੇ ਪ੍ਰਗਟਾਵਾ ਕਰਨਗੇ ਤੇ ਫਿਰ ਤੁਹਾਨੂੰ ਉਸ ਰੋਸ਼ ਦੇ ਕੋਲੋਂ ਕੋਈ ਨਹੀਂ ਬਚਾ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਰਵਿੰਦਰ ਵੀਰ ਜੀ, ਮੈਂ ਚਾਹਾਂਗਾ ਜਰੂਰ ਤੁਸੀਂ ਇੱਕ ਮੈਸੇਜ ਜਿਹੜੇ ਸਾਡੇ ਮੈਂ ਵੀਰ ਜੀ ਤਾੜਨਾ ਕਰਾਂਗਾ, ਬਿਲਕੁਲ ਤਾੜਨਾ ਕਰਾਂਗਾ, ਔਰ ਪੂਰੇ ਆਲ ਓਵਰ ਵਰਲਡ ਵਿੱਚ ਸਿੱਖ ਨੌਜਵਾਨ ਵੀਰਾਂ ਨੂੰ ਅਤੇ ਬੁੱਧੀਜੀਵੀਆਂ ਨੂੰ ਇੱਕ ਬੇਨਤੀ ਕਰਾਂਗਾ ਕਿ ਅਗਰ ਇਹ ਲੋਕ ਇਸ ਚੋਂ ਇਹ ਸੀਨ, ਆਪੱਤੀਜਨਕ ਜਿਹੜੇ ਸੀਨ ਹਨ, ਇਹ ਨਹੀਂ ਕੱਢਦੇ, ਫਿਲਮ ਰਿਲੀਜ਼ ਕਰਦੇ ਨੇ ਇਸ ਤਰ੍ਹਾਂ ਹੀ, ਤੇ ਜਿਸ ਹੱਦ ਤੱਕ ਜਾਣਾ ਚਾਹੇ ਜਾ ਸਕਦੇ, ਕਿਉਂਕਿ ਸਾਡੇ ਧਰਮ ਤੇ, ਸਾਡੇ ਸਿਸਟਮ ਤੇ, ਸਾਡੇ ਚਿੰਨ੍ਹ ਤੇ ਕੋਈ ਅਗਰ ਉਂਗਲੀ ਉਠਾਏਗਾ ਉਹ ਉਂਗਲੀ ਨਹੀਂ ਰਹਿਣ ਦਿਆਂਗੇ ਅਸੀਂ, ਭਾਵੇਂ ਜਿੱਥੇ ਤੱਕ ਜਾਣਾ ਪਏ ਸਾਨੂੰ ਚਲੇ ਜਾਵਾਂਗੇ ਅਸੀਂ। ਇਸ ਕਰਕੇ ਮੈਂ ਸਿਨੇਮਾ ਘਰ ਵਾਲੇ ਵੀਰਾਂ ਨੂੰ ਬੇਨਤੀ ਕਰਾਂਗਾ, ਜਿਨ੍ਹਾਂ ਦੇ ਸਿਨੇਮਾ ਘਰ ਹਨ ਜਿੱਥੇ ਆਲ ਓਵਰ ਵਰਲਡ ਦੇ ਵਿੱਚ ਹਨ, ਕਿ ਇਸ ਪਿਕਚਰ ਨੂੰ ਜਦ ਤੱਕ ਇਹਦੇ ਚੋਂ ਸੀਨ ਨਹੀਂ ਕੱਢੇ ਜਾਂਦੇ, ਸਾਨੂੰ ਕੋਈ ਖੁਸ਼ੀ ਨਹੀਂ ਕਿਸੇ ਦਾ ਨੁਕਸਾਨ ਹੋਏ, ਲੇਕਿਨ ਜਦ ਤੱਕ ਇਹ ਸੀਨ ਨਹੀਂ ਕੱਢੇ ਜਾਂਦੇ ਤਦ ਤੱਕ ਇਸ ਨੂੰ ਅਸੀਂ ਰਿਲੀਜ਼ ਨਹੀਂ ਹੋਣ ਦਿਆਂਗੇ। ਅਗਰ ਰਿਲੀਜ਼ ਕਰਨਗੇ ਤੇ ਪੁਰਜੋਰ ਅਸੀਂ ਇਹਨੂੰ ਕੰਡੈਮ ਕਰਾਂਗੇ, ਔਰ ਜਿਸ ਤਰ੍ਹਾਂ ਵੀ ਸਾਨੂੰ ਇਹਨੂੰ ਰੋਕਣਾ ਪਿਆ ਅਸੀਂ ਰੋਕਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਦੇਵ ਵੀਰ ਜੀ, ਤੁਸੀਂ ਆਪ ਜੀ ਵੀ ਸੰਗਤਾਂ ਨੂੰ ਆਖਰੀ ਸੁਨੇਹਾ ਜ਼ਰੂਰ ਇਸ ਮਸਲੇ ਦੇ ਉੱਤੇ ਦੇ ਕੇ। ਦੇਖੋ ਵੀਰ, ਮੇਰੀ ਕਈ ਵਾਰ ਗੱਲਾਂ ਨਾ ਲੋਕਾਂ ਨੂੰ ਚੁੱਭ ਜਾਂਦੀਆਂ ਨੇ। ਮੈਂ ਇੱਕ ਸਮਾਜ ਸੇਵੀ ਹਾਂ, ਗੱਲ ਦਿਲ ਤੋਂ ਬੋਲਦਾ, ਸੱਚੀ ਗੱਲ ਬੋਲਦਾ। ਮੇਰੀ ਇੱਕ ਮੈਸੇਜ ਤੇ ਰਹੇਗਾ ਕਿ ਕੁਝ ਕਮੀਆਂ ਸਾਡੇ ਅੰਦਰ ਵੀ ਰਹਿ ਗਈਆਂ ਨੇ। ਜਿਹੜੇ ਸਹੀ ਕੰਟੈਂਟ ਦੀ ਕੋਈ ਫਿਲਮ ਆਉਂਦੀ ਹੈ, ਜਿਸ ਤਰ੍ਹਾਂ ਮਸਤਾਨੇ ਫਿਲਮ ਹੈ, ਅਸੀਂ ਲੋਕ ਜਾਣਦੇ ਹੀ ਨਹੀਂ ਆ, ਅਸੀਂ ਉਸ ਫਿਲਮ ਨੂੰ ਹਿੱਟ ਹੀ ਨਹੀਂ ਕਰਾਉਂਦੇ ਆ, ਅਸੀਂ ਇੱਕ ਮੈਸੇਜ ਨਹੀਂ ਫਲੈਸ਼ ਆਊਟ ਕਰਦੇ ਆ ਡਾਇਰੈਕਟਰਾਂ ਨੂੰ ਕਿ ਤੁਸੀਂ ਅਗਰ ਇਸ ਕੰਟੈਂਟ ਦੀ ਫਿਲਮ ਬਣਾਓਗੇ ਤਾਂ ਅਸੀਂ ਇਸ ਨੂੰ ਸੁਪਰ ਹਿੱਟ ਕਰਾਂਗੇ। ਤੇ ਜਦ ਦੂਸਰੀ ਤਰਫ ਇਸ ਤਰ੍ਹਾਂ ਦੀ ਫਿਲਮ ਆਉਂਦੀਆਂ ਤੇ ਉਹ ਲੋਕ ਇਸ ਤਰ੍ਹਾਂ ਜਾ ਕੇ ਦੇਖਦੇ ਨੇ, ਪਤਾ ਨਹੀਂ ਕਿਉਂ ਹੁੰਦਾ, ਅਸੀਂ ਸਾਡੇ ਵਿੱਚ ਲੋਕ ਜਾ ਕੇ ਦੇਖ ਕੇ ਤਾੜੀਆਂ ਮਾਰਦੇ ਨੇ, ਤੇ ਕਮੀਆਂ ਕੁਝ ਸਾਡੇ ਅੰਦਰ ਹੈ। ਤੇ ਇਸ ਤਰ੍ਹਾਂ ਦੇ ਕੰਟੈਂਟ ਦੀ ਅਗਰ ਕੋਈ ਅੱਛੀ ਕੰਟੈਂਟ ਦੀ ਫਿਲਮ ਆਉਂਦੀ ਹੈ, ਮਸਤਾਨੇ ਦੀਆਂ ਫਿਲਮ ਆਈ ਸੀ ਪਿੱਛੇ, ਚਾਰ ਸਾਹਿਬਜ਼ਾਦੇ ਉੱਪਰ ਫਿਲਮ ਆਈ ਸੀ, ਤੇ ਐਸੀ ਫਿਲਮਾਂ ਨੂੰ ਹਮੇਸ਼ਾ ਜਾ ਕੇ ਦੇਖੋ। ਇੱਕ ਤੇ ਸਾਡੇ ਬੱਚਿਆਂ ਨੂੰ ਸਾਡਾ ਇਤਿਹਾਸ ਪਤਾ ਲੱਗੇਗਾ, ਤੁਸੀਂ ਫਿਲਮ ਦੀ ਕਮਾਈ ਹੋਏਗੀ, ਤੇ ਡਾਇਰੈਕਟਰ ਨੂੰ ਮੈਸੇਜ ਆਏਗਾ ਕਿ ਅੱਛੀ ਕੰਟੈਂਟ ਬਣਾਓ ਤੇ ਚਲੇਗੀ, ਤੇ ਉਹਨਾਂ ਨੂੰ ਵੀ ਗਲਤ ਵਿਚਾਰ ਨਹੀਂ ਆਉਣਗੇ। ਦੂਜੀ ਗੱਲ, ਬਾਕੀ ਸਿੱਖ ਸੰਗਤਾਂ ਜੰਮੂ ਦੀ ਮੇਰੀ ਬੇਨਤੀ ਤੁਹਾਡੇ ਅੱਗੇ ਅਰਦਾਸ ਹੈ ਕਿ ਇਹ ਨਾ ਹੋਏ ਕਿ ਅਸੀਂ ਇਸ ਫਿਲਮ ਦੇ ਚੱਕਰ ਤੇ, ਪਬਲਿਸਿਟੀ ਦੇ ਚੱਕਰ ਤੇ ਚਾਰ ਬੰਦੇ, ਕਦੇ ਇਸ ਚੌਕ ਤੇ 4 ਬੰਦੇ, ਇਸ ਚੌਕ ਤੇ 4 ਬੰਦੇ, ਉਸ ਗੁਰਦੁਆਰੇ ਤੇ 4 ਬੰਦੇ, ਉਸ ਗੁਰਦੁਆਰੇ ਤੇ ਜਾ ਕੇ ਅਸੀਂ ਪ੍ਰੋਟੈਸਟ ਕਰੀਏ। ਪ੍ਰੋਟੈਸਟ ਕਰਨਾ ਹੈ, ਇੱਕ ਅਗਰ ਬੰਦੇ ਨੇ FIR ਲਗਾਤੀ ਹੈ, ਵੈਰੀ ਗੁੱਡ, ਉਸ ਦੇ ਪਿੱਛੇ ਉਸ FIR ਨੂੰ ਫੋਲੋ ਅਪ ਕਰੋ, ਔਰ ਸਾਰੇ ਇਕੱਠੇ ਮਿਲ ਕੇ ਇੱਕ ਕਾਮਨ ਪ੍ਰੋਗਰਾਮ ਹੈ, ਇਹ ਸਾਰੇ ਜਥੇਬੰਦੀ ਪ੍ਰੋਗਰਾਮ ਹੈ, ਇਹਦੀ ਅਸੀਂ ਨੇ ਕੋਈ ਪਬਲਿਸਿਟੀ ਨਹੀਂ ਰਹਿਣੀ ਹੈ, ਤੇ ਇਕੱਠੇ ਹੋ ਕੇ ਸਾਰੇ ਨੇ ਇਸਦੀ ਆਵਾਜ਼ ਚੁੱਕਣੀ। ਜਦੋਂ ਤੁਸੀਂ ਇਕੱਠੇ ਹੋ ਕੇ ਆਵਾਜ਼ ਚੁੱਕੋਗੇ ਤਾਂ ਤੁਹਾਡੀ ਵੀ ਆਵਾਜ਼ ਅੱਗੇ ਐਡਮਿਨਿਸਟ੍ਰੇਸ਼ਨ ਤੱਕ ਜਾਏਗੀ ਔਰ ਉੱਪਰ ਤੱਕ ਜਾਏਗੀ। ਬਾਕੀ ਮੇਰੀ ਸਾਰਿਆਂ ਅੱਗੇ ਅਰਦਾਸ ਹੈ
ਔਰ ਫਿਲਮਸ ਜਿਹੜੇ ਬਣਾਉਣ ਸਿਨੇਮਾ ਘਰ ਵਾਲੇ ਨੇ ਕਿ ਬੇਨਤੀ ਮੇਰੀ ਤੁਹਾਡੇ ਅੱਗੇ ਅਰਦਾਸ ਹੈ ਕਿ ਤੁਸੀਂ ਇਸ ਫਿਲਮ ਨੂੰ ਨਾ ਲਗਾਓ, ਇਹ ਤੁਹਾਡੇ ਸੀ ਅੱਛਾ ਨਹੀਂ ਹੈ, ਕਿਉਂਕਿ ਅਸੀਂ ਜਿਹੜੇ ਸਾਡੇ ਸਿੱਖ ਇਤਿਹਾਸ ਹੈ ਅਗਰ ਤੁਸੀਂ ਇਹਨੂੰ ਪੜ੍ਹੋਗੇ ਤੇ ਅਸੀਂ ਤੁਹਾਡੇ ਪਰਿਵਾਰ ਵਾਸਤੇ ਵੀ ਤੁਹਾਡੇ ਲੋਕਾਂ ਵਾਸਤੇ ਵੀ ਅਸੀਂ ਨੇ ਕੰਮ ਕੀਤਾ ਹੈ, ਇਸ ਕਰਕੇ ਇਹ ਫਿਲਮ ਨਹੀਂ ਲੱਗਣੀ ਚਾਹੀਦੀ। ਐਡਮਿਨਿਸਟ੍ਰੇਸ਼ਨ ਵੀ ਮੈਨੂੰ ਲੱਗਦਾ ਕਿ ਇਹਨੂੰ ਮੈਸੇਜ ਪਹੁੰਚ ਗਿਆ ਹੋਏਗਾ ਤੇ ਉਹ ਫਿਲਮ ਲੋਕਾਂ ਦੀ ਪੂਰੀ ਕੋਸ਼ਿਸ਼ ਕਰਨਗੇ। ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਔਰ ਇੱਕ ਜਿਹੜਾ ਮੈਸੇਜ ਆ ਮੈਂ ਵੀ ਆਪਣੇ ਤੌਰ ਤੇ ਆਪਣੇ ਹੋਂਦ ਚੈਨਲ ਨਾਲ ਪਰਿਵਾਰ ਨਾਲ ਜੁੜੇ ਹੋਏ ਜਿੰਨੇ ਵੀ ਸ਼ਖਸ ਹਨ ਉਹਨਾਂ ਨੂੰ ਕਹਿਣਾ ਚਾਹੁੰਦਾ, ਜਿਹੜਾ ਮੀਡੀਆ ਨਾ ਉਹ ਚੌਥਾ ਸਤੰਭ ਹੈ ਸਾਡੇ ਇੰਡੀਅਨ ਕਨਸਟੀਟਿਊਸ਼ਨ ਦਾ। ਇਹ ਮੀਡੀਆ ਦਾ ਇੱਕ ਅਹਿਮ ਰੋਲ ਰਹਿੰਦਾ ਸਾਡੀ ਸੁਸਾਇਟੀ ਦੇ ਵਿੱਚ ਆਪਸੀ ਪਿਆਰ ਨੂੰ, ਹਰ ਇੱਕ ਚੀਜ਼ ਨੂੰ ਕਵਰ ਅਪ ਕਰਨ ਦਾ। ਔਰ ਮੀਡੀਆ ਦੇ ਪਿੱਛੇ ਕੌਣ ਹੈ? ਉਹ ਤੁਸੀਂ ਸੰਗਤ ਬੈਠੀ ਹੈ। ਆਪਣੇ ਵਿਚਾਰ ਕਮੈਂਟ ਰਾਹੀਂ ਭੇਜੋ, ਆਪਣੇ ਸੁਝਾਅ ਸਾਡੇ ਕਮੈਂਟ ਰਾਹੀਂ ਭੇਜੋ। ਉਸ ਦਾ ਮਕਸਦ ਕੀ ਹੈ? ਉਸ ਦਾ ਮਕਸਦ ਇਹ ਹੈ ਕਿ ਜਦੋਂ ਤੁਸੀਂ ਸਾਡੇ ਕੋਲ ਕੰਟੈਂਟ ਭੇਜੋਗੇ ਨਾ ਤੇ ਸਾਡੀ ਵੀ ਜ਼ਿੰਮੇਵਾਰੀ ਬਣ ਜਾਏਗੀ ਤੁਹਾਡੇ ਅੱਗੇ ਇਨਸਾਨੀਅਤ ਨਾਲ ਭਰੀ ਹੋਈ, ਸਾਡੇ ਸਮਾਜ ਨਾਲ ਭਰੀ ਹੋਈ ਸੱਚੇ ਕੰਟੈਂਟ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ। ਕਿਉਂਕਿ ਅੱਜ ਕੱਲ੍ਹ ਜੋ ਮੀਡੀਆ ਦਾ ਰੋਲ ਆਪਾਂ ਦੇਖ ਰਹੇ ਹਾਂ ਨਾ, ਉਹਦੇ ਉੱਪਰ ਵੀ ਕਾਫੀ ਸਾਨੂੰ ਸ਼ਰਮ ਆਉਂਦੀ ਹੈ ਵੇਖ ਕੇ ਕਿ ਯਾਰ ਇਹ ਕਿਹੜੇ ਪਾਸੇ ਨੂੰ ਜਾ ਰਹੇ ਨੇ। ਮੈਨੂੰ ਲੱਗਦਾ ਕਿ ਹੁਣ ਕੰਪਲੇਨ ਜਿਹੜੀਆਂ ਵੱਖ-ਵੱਖ ਥਾਵਾਂ ਤੋਂ ਹੋਣਾ ਸ਼ੁਰੂ ਹੋ ਚੁੱਕੀਆਂ ਇਹਦੀਆਂ। ਪਹਿਲਾਂ ਹੀ ਕਿਹਾ ਕਿ ਮੈਂ ਜਿਹੜਾ ਪੰਜਾਬ ਜਲੰਧਰ ਵਿਖੇ ਉਹਦੀ ਹੋਈ ਹੈ, ਤੇ ਹੁਣ ਕੰਪਲੇਨ ਬਾਏ ਅਕਾਲ ਪੁਰਖ ਕੀ ਫੌਜ ਐਟ ਪੀਐਸ ਮੀਰਾ ਸਾਹਿਬ ਜੰਮੂ ਅਗੇਂਸਟ ਕੰਟਰੋਵਰਸ਼ੀਅਲ ਟ੍ਰੇਲਰ ਆਫ ਯਾਰੀਆਂ 2। ਮੈਨੂੰ ਲੱਗਦਾ ਮੁਬਾਰਕ ਦੇ ਪਾਤਰ ਹਨ। ਔਰ ਸਾਨੂੰ ਵੀਰ ਜੀ ਇਹੀ ਚਾਹੀਦਾ ਕਿ ਅਗਰ ਵੀਰਾਂ ਨੇ ਇਨੀਸ਼ੀਏਟਿਵ ਲਿਆ ਹੈ ਤੇ ਸਾਡਾ ਫਰਜ਼ ਬਣਦਾ ਹੈ ਕਿ ਵੱਖ-ਵੱਖ ਧਿਰ ਬਣਾ ਕੇ ਨਾ ਜਾਈਏ। ਮੈਂ ਹੱਥ ਜੋੜ ਕੇ ਆਪਣੇ ਹੋਂਦ ਚੈਨਲ ਦੇ ਪਰਿਵਾਰ ਨਾਲ ਜੁੜੇ ਹੋਏ ਸਾਰੇ ਸ਼ਖਸ ਨੂੰ ਕਹਿਣਾ ਚਾਹੁੰਦਾ, ਜਿੰਨੇ ਵੀ ਨੁਮਾਇੰਦੇ, ਜਿੰਨੇ ਵੀ ਪ੍ਰਬੰਧਕ ਹਨ, ਜਿੰਨੇ ਵੀ ਸਟੇਜ ਨੂੰ ਸੰਭਾਲਣ ਵਾਲੇ ਸਾਡੇ ਸੈਕਟਰੀ ਸਾਹਿਬ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਡੀਜੀਪੀਸੀ ਜਿੰਨੇ ਵੀ ਹਨ, ਜਿਹਨੂੰ ਵੀ ਓਪਨਲੀ ਆ ਕੇ ਕੁਝ ਵੀ ਵਿਚਾਰ ਰੱਖਣੇ ਸਾਡੇ ਨਾਲ ਜ਼ਰੂਰ ਕੰਟੈਕਟ ਕਰੇ। ਕਿਉਂਕਿ ਆਪਾਂ ਫੇਸ ਦੇਖ ਕੇ ਕਿਸੇ ਨੂੰ ਅੱਗੇ ਨਹੀਂ ਲਿਆਂਦੇ, ਅਸੀਂ ਉਹਨਾਂ ਨੂੰ ਅੱਗੇ ਲਿਆਂਦੇ ਆ ਜਿਹੜੇ ਵਾਕਈ ਦਰਦ ਰੱਖਦੇ ਨੇ ਔਰ ਕੌਮੀਅਤ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਨੇ। ਤੇ ਜਿਹੜੇ ਚਾਹੁੰਦੇ ਹੋਣਗੇ ਨਾ ਕਿ ਪਬਲਿਸਿਟੀ ਦੇ ਲਈ ਇੱਕ ਨਾਲ ਚੱਲ ਕੇ ਆਪਾਂ ਉਹ ਅਲੱਗ ਕਨਸੈਪਟ ਨੂੰ ਕਲੀਅਰ ਕਰਨਾ ਹੈ, ਉਹਨਾਂ ਲਈ ਸਾਡੇ ਹੱਥ ਔਰ ਦਰਵਾਜ਼ੇ ਹਮੇਸ਼ਾ ਬੰਦ ਹਨ। ਖੁੱਲੇ ਉਹਦੇ ਲਈ ਹੈ ਜਿਹੜਾ ਕੌਮੀਅਤ ਦੀ ਗੱਲ ਕਰਦਾ ਹੈ, ਆਪਸੀ ਸਾਂਝਵਾਲਤਾ ਦੀ ਗੱਲ ਕਰਦਾ ਹੈ ਔਰ ਸਾਰੇ ਸਮਾਜ ਨੂੰ ਨਾਲ ਲੈ ਕੇ ਜਾਣ ਦੀ ਗੱਲ ਕਰਦਾ ਹੈ, ਉਹਦੇ ਲਈ ਸਾਡੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ। ਔਰ ਹਿੱਕ ਠੋਕ ਕੇ ਜਦੋਂ ਹੋਂਦ ਦੀ ਗੱਲ ਆਏਗੀ ਨਾ ਸਾਡੇ ਸਮਾਜ ਦੀ, ਸਾਡੀ ਕੌਮ ਦੀ, ਤੁਸੀਂ ਸਭ ਤੋਂ ਪਹਿਲਾਂ ਜਿਹੜਾ ਚਿਹਰਾ ਉਹ ਹੋਂਦ ਚੈਨਲ ਦੇ ਉੱਤੇ ਹੀ ਵੇਖੋਗੇ। ਔਰ ਹਮੇਸ਼ਾ ਜੋ ਵੀ ਸਾਨੂੰ ਬੁਲਾਉਂਦਾ ਨਾ ਤੇ ਆਪਾਂ ਵੱਧ ਚੜ ਕੇ ਉਹਨਾਂ ਦੇ ਕੋਲ ਜਾਂਦੇ ਆ ਜਿਹੜਾ ਕੌਮੀਅਤ ਔਰ ਸਾਰੇ ਸਿੱਖ ਸਮਾਜ ਦੀ ਗੱਲ ਕਰੇ, ਆਪਣੇ ਆਪ ਨੂੰ ਬੈਕਫੁੱਟ ਤੇ ਰੱਖ ਕੇ। ਕਿਉਂਕਿ ਕਮੀਆਂ ਸਾਡੇ ਵਿੱਚ ਵੀ ਹਨ ਤੇ ਕਮੀਆਂ ਹਰ ਇੱਕ ਦੇ ਵਿੱਚ ਹਨ। ਜਦੋਂ ਕੋਈ ਸੁਧਾਰ ਕੇ ਇਸ ਦੇ ਉੱਪਰ ਆ ਕੇ ਸਾਨੂੰ ਸੰਪਰਕ ਕਰਦਾ, ਜੀ ਵੀਰ ਜੀ ਹੋਰਾਂ ਨੇ ਸਾਨੂੰ ਸੰਪਰਕ ਕੀਤਾ ਸੀ, ਜਰੂਰ ਆਪਣਾ ਵਕਤ ਕੱਢ ਕੇ ਇਹਨਾਂ ਕੋਲ ਆਇਆ। ਕਿਉਂਕਿ ਸਾਡਾ ਫਰਜ਼ ਬਣਦਾ ਮੀਡੀਆ ਦੇ ਤੌਰ ਤੇ, ਮੈਂ ਪਹਿਲੇ ਕਿਹਾ ਕਨਸਟੀਟਿਊਸ਼ਨ ਦਾ ਚੌਥਾ ਸਤੰਭ ਹੈ। ਇੱਕ ਚੇਅਰ ਦੀਆਂ ਜੇ 4 ਲੱਤਾਂ ਇੱਕ ਵੀ ਡਿੱਗ ਜਾਏ ਨਾ ਤੇ ਕੁਰਸੀ ਸਟੇਬਲ ਨਹੀਂ ਰਹਿੰਦੀ। ਤੇ ਸੰਗਤ ਜਾਣਾ ਕੁਐਸਚਨ ਜ਼ਰੂਰ ਸਾਡੇ ਤੋਂ ਵੀ ਪੁੱਛਣੇ ਕਿ ਅਸੀਂ ਕਿਧਰੇ ਡੋਲ ਗਏ ਆ ਤੇ ਆਪਣੇ ਕਨਸੈਪਟ ਦੇ ਉੱਪਰ ਰਹਿ ਸਕੀਏ ਔਰ ਇਹੋ ਜਿਹੇ ਮੁੱਦਿਆਂ ਨੂੰ ਵੱਧ ਚੜ ਕੇ ਤੁਹਾਡੇ ਅੱਗੇ ਲੈ ਕੇ ਜਾ ਸਕੀਏ। ਬਹੁਤ ਬਹੁਤ ਧੰਨਵਾਦ। ਜਿਹੜੇ ਵੀਡੀਓ ਦੇਖ ਰਹੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਕਨਸੈਪਟ ਸਾਰਿਆਂ ਤੱਕ ਪਹੁੰਚ ਸਕੇ, ਔਰ ਕਮੈਂਟ ਦੇ ਰਾਹੀਂ ਆਪਣੇ ਸੁਝਾਅ ਭੇਜਣਾ ਕਿ ਤੁਸੀਂ ਕਿਦਾਂ ਇਸ ਨੂੰ ਆਪਸੀ ਸਾਂਝਵਾਲਤਾ ਦੇ ਸੰਦੇਸ਼ ਨੂੰ ਅੱਗੇ ਫੈਲਾਉਣਾ ਚਾਹੁੰਦੇ ਹੋ ਤਾਂ ਕਿ ਵੱਧ ਤੋਂ ਵੱਧ ਆਪਾਂ ਇਹਦੇ ਉੱਪਰ ਵੀ ਕੰਮ ਕਰ ਸਕੀਏ। ਇੰਨਾ ਹੀ ਕਹਿੰਦਾ ਹੋਇਆ ਆਪ ਜੀ ਤੋਂ ਅਲਵਿਦਾ ਮੰਗਦਾ, ਦਿਓ ਅਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।